ਹਾਜ਼ਰੀਨ ਮੁਅੱਜ਼ਜ਼ ਉਡਾਨ ਇੰਸਟੀਚਿਊਟ ਦੀ ਆਨਲਾਈਨ ਕਲਾਸ ਦੇ ਵਿੱਚ ਤੁਹਾਡਾ ਖੈਰ ਮਕਦਮ ਹੈ। ਤਾਂ ਅੱਜ ਅਸੀਂ ਮਾਸਟਰ ਕੇਡਰ ਦੇ ਸੰਦਰਭ ਦੇ ਵਿੱਚ ਜਿਹੜਾ ਹੈਗਾ MCQ ਦੇ ਜੇ ਕੁਝ ਕੁਐਸਚਨਸ ਹੈਗੇ ਨੇ ਜਿਹੜੇ ਉਹਨਾਂ ਦੇ ਸੰਦਰਭ ਦੇ ਵਿੱਚ ਅਸੀਂ ਅੱਜ ਚਰਚਾ ਕਰਾਂਗੇ। ਤੋ ਸਾਡਾ ਜਿਹੜਾ ਪਹਿਲਾ ਕੁਐਸਚਨ ਹੈਗਾ ਜਿਹੜਾ ਉਹ ਹੈ ਕਿ ਨਨਕਾਇਣ ਦਾ ਕਰਤਾ ਹੈ। ਸਾਡੇ ਕੋਲ ਇੱਥੇ ਚਾਰ ਆਪਸ਼ਨ ਨੇ। ਪਹਿਲੀ ਗੱਲ ਤਾਂ ਨਨਕਾਇਣ ਹੈ ਕੀ ਚੀਜ਼, ਬਹੁਤ ਸਾਰੇ ਸਟੂਡੈਂਟਸ ਨੂੰ ਇਹ ਨਹੀਂ ਪਤਾ ਕਿ ਨਨਕਾਇਣ ਕਾਸ ਨੂੰ ਕਹਿੰਦੇ ਨੇ। ਤੋ ਨਨਕਾਇਣ ਇੱਕ ਐਪਿਕ ਹੈ, ਭਾਵ ਇੱਕ ਮਹਾਕਾਵ ਹੈ, ਮਹਾਕਾਵ ਹੈ ਔਰ ਇਹ ਦ ਲਾਈਟ ਆਫ ਏਸ਼ੀਆ ਦੇ ਉੱਪਰ ਆਧਾਰਿਤ ਲਿਖਿਆ ਗਿਆ ਹੈ। ਦ ਲਾਈਟ ਆਫ ਏਸ਼ੀਆ ਮਹਾਤਮਾ ਬੁੱਧ ਦੇ ਉੱਪਰ ਆਧਾਰਿਤ ਮਹਾਕਾਵ ਹੈਗਾ, ਜਿਹੜਾ ਮੈਕਚੋਰਨੋਲਡ ਨੇ ਲਿਖਿਆ ਸੀਗਾ, ਉਹਦੇ ਉੱਪਰ ਆਧਾਰਿਤ ਹੀ ਨਨਕਾਇਣ ਦੀ ਰਚਨਾ ਕੀਤੀ ਗਈ ਹੈ। ਉਹਦੇ ਵਿੱਚ ਜਿਹੜਾ ਹੈਗਾ ਬਿੰਬ ਹੈ ਦ ਲਾਈਟ ਆਫ ਏਸ਼ੀਆ ਦੇ ਵਿੱਚ ਮਹਾਤਮਾ ਬੁੱਧ ਦਾ ਬਿੰਬ ਉਗੜਦਾ ਹੈ, ਤੇ ਜਿਹੜਾ ਇਹ ਹੈਗਾ ਵਾ ਇੱਥੇ ਗੁਰੂ ਨਾਨਕ ਸਾਹਿਬ ਦੇ ਬਿੰਬ ਦੀ ਸਿਰਜਣਾ ਹੁੰਦੀ ਹੈਗੀ ਹੈ ਇਸ ਮਹਾਕਾਵ ਦੇ ਵਿੱਚ ਜਾਂ ਐਪਿਕ ਦੇ ਵਿੱਚ। ਸਾਡੇ ਕੋਲ ਇੱਥੇ ਚਾਰ ਬੰਦੇ ਹੈਗੇ ਨੇ। ਤੋ ਪ੍ਰਥਮ ਜਿਹੜਾ ਹੈਗਾ ਕਿਰਪਾ ਸਾਗਰ, ਕਿਰਪਾ ਸਾਗਰ ਨੇ ਨਨਕਾਇਣ ਨਹੀਂ ਲਿਖਿਆ। ਕਿਰਪਾ ਸਾਗਰ ਦਾ ਜਿਹੜਾ ਮਹਾਕਾਵ ਹੈ ਲਿਖਿਆ, ਇਹਨੇ ਵੀ ਮਹਾਕਾਵ ਹੈਗਾ ਇੱਕ, ਉਹਦਾ ਨਾਮ ਹੈ ਲక్ష్ਮੀ ਦੇਵੀ ਦਾ ਜਾਦੂ। ਲక్ష్ਮੀ ਦੇਵੀ ਦਾ ਜਾਦੂ ਇਹਦੇ ਮਹਾਕਾਵ ਦਾ ਨਾਂ ਹੈਗਾ। ਸੈਕੰਡ ਆ ਜਾਂਦਾ ਹੈਗਾ ਉਹ ਹੈ ਆਸਾ ਸਿੰਘ ਮਸਤਾਨਾ। ਆਸਾ ਸਿੰਘ ਮਸਤਾਨਾ ਕੋਈ ਪੰਜਾਬੀ ਪੋਇਟ ਨਹੀਂ ਹੈਗਾ, ਨਾ ਹੀ ਕੋਈ ਇਹ ਗੀਤਕਾਰ ਹੈ। ਆਸਾ ਸਿੰਘ ਮਸਤਾਨਾ ਜਿਹੜਾ ਹੈਗਾ ਹੈ ਉਹ ਪੰਜਾਬੀ ਦਾ ਗਾਇਕ ਹੈ, ਵਿਸ਼ਿਸ਼ਟ ਪੰਜਾਬੀ ਗੀਤਾਂ ਦਾ ਗਾਇਕ ਹੈਗਾ। ਇਸ ਕਰਕੇ ਇਸ ਸ਼੍ਰੰਖਲਾ ਦੇ ਵਿੱਚ ਜਾਂ ਇਸ ਕੈਟਾਗਰੀ ਦੇ ਵਿੱਚ ਆਸਾ ਸਿੰਘ ਮਸਤਾਨਾ ਵੀ ਨਹੀਂ ਆਉਂਦਾ ਹੈਗਾ, ਇਸ ਕਰਕੇ ਇਹ ਵੀ ਨਹੀਂ ਹੈ। ਉਸ ਤੋਂ ਬਾਅਦ ਸਾਡੇ ਕੋਲ ਹੈਗਾ ਭਾਈ ਵੀਰ ਸਿੰਘ। ਭਾਈ ਵੀਰ ਸਿੰਘ ਨੇ ਵੀ ਨਨਕਾਇਣ ਦੀ ਰਚਨਾ ਨਹੀਂ ਕੀਤੀ। ਭਾਈ ਵੀਰ ਸਿੰਘ ਨੇ ਜਿਹੜਾ ਹੈਗਾ ਉਹ ਰਾਣਾ ਸੂਰਤ ਸਿੰਘ ਮਹਾਕਾਵ ਲਿਖਿਆ ਹੈਗਾ। ਰਾਣਾ ਸੂਰਤ ਸਿੰਘ, ਸੂਰਤ ਸਿੰਘ ਇਹਨਾਂ ਦੇ ਮਹਾਕਾਵ ਦਾ ਨਾਮ ਹੈ। ਤੋ ਸਾਡਾ ਜਿਹੜਾ ਆਨਸਰ ਹੈਗਾ ਇੱਥੇ ਕਰੈਕਟ ਆਨਸਰ ਆਏਗਾ, ਸਾਡਾ ਸਹੀ ਆਨਸਰ ਆਏਗਾ ਉਹ ਹੈਗਾ ਪ੍ਰੋਫੈਸਰ ਮੋਹਨ ਸਿੰਘ। ਪ੍ਰੋਫੈਸਰ ਮੋਹਨ ਸਿੰਘ ਨੇ ਹੈਗਾ ਜਿਹੜਾ ਨਨਕਾਇਣ ਦੀ ਰਚਨਾ ਕੀਤੀ ਹੈਗੀ ਹੈ। ਤੋ ਇੱਥੇ ਸਾਡਾ ਜਿਹੜਾ ਆਨਸਰ ਇਹ ਆਏਗਾ। ਔਰ ਇੱਕ ਗੱਲ ਇੱਥੇ ਵਿਸ਼ੇਸ਼ ਧਿਆਨ ਰੱਖਣ ਯੋਗ ਇਹ ਹੈਗੀ ਹੈ ਕਿ ਇਹਦੇ ਵਿੱਚ ਤਿੰਨ ਰਾਈਟਰ ਨੇ ਜਿਹੜੇ ਉਹ ਤਿੰਨੇ ਹੀ ਐਪਿਕ ਲਿਖਣ ਵਾਲੇ ਨੇ, ਤਿੰਨ ਮਹਾਕਾਵ ਲਿਖਣ ਵਾਲੇ ਨੇ। ਔਰ ਇਹਨਾਂ ਵਿੱਚੋਂ ਇੱਕ ਜਿਹੜਾ ਆਸਾ ਸਿੰਘ ਮਸਤਾਨਾ ਉਹੀ ਇਕੱਲਾ ਗੀਤ ਗਾਇਕ ਹੈਗਾ, ਬਾਕੀ ਤਿੰਨ ਰਾਈਟਰਾਂ ਨੇ ਜਿਹੜੇ ਹੈਗੇ ਨੇ ਉਹ ਮਹਾਕਾਵ ਲਿਖੇ ਹੈਗੇ ਨੇ। ਤਾਂ ਨੈਕਸਟ ਹੈਗਾ ਅਨਲ ਹੱਕ ਦਾ ਨਾਅਰਾ ਲਾਇਆ। ਕਿਸਨੇ ਨਾਅਰਾ ਲਾਇਆ ਜਿਹੜਾ ਅਨਲ ਹੱਕ ਦਾ? ਤੋ ਇੱਥੇ ਜਿਹੜਾ ਸਭ ਤੋਂ ਪ੍ਰਥਮ ਜਿਹੜਾ ਹੈਗਾ ਕਿ ਅਨਲ ਹੱਕ, ਜਿਹੜਾ ਅਨਲ ਹੱਕ ਹੈਗਾ ਵਾ, ਅਨਲ ਹੱਕ ਅਰਬੀ ਦਾ ਵਰਡ ਹੈ, ਅਰਬੀ ਭਾਸ਼ਾ ਦਾ ਸ਼ਬਦ ਹੈਗਾ, ਅਰਬੀ ਭਾਸ਼ਾ ਦਾ, ਜਿਸ ਦਾ ਅਰਥ ਹੁੰਦਾ ਹੈਗਾ ਮੈਂ ਹੀ ਰੱਬ ਹਾਂ, ਮੈਂ ਹੀ ਰੱਬ ਹਾਂ। ਔਰ ਇਹ ਇਸਲਾਮ ਦੀ ਫਿਲਾਸਫੀ ਦੇ ਵਿੱਚ, ਇਸਲਾਮ ਦੀ ਵਿਚਾਰਧਾਰਾ ਦੇ ਵਿੱਚ, ਉਸ ਦੇ ਸੰਦਰਭ ਦੇ ਵਿੱਚ, ਇਸਲਾਮ ਦੀ ਸ਼ਰੀਅਤ ਦੇ ਵਿੱਚ ਅਜਿਹਾ ਕਹਿਣਾ ਗੁਨਾਹ ਹੈ। ਔਰ ਕਿਉਂਕਿ ਰੱਬ ਇਨਸਾਨ ਬਣ ਨਹੀਂ ਸਕਦਾ, ਤੋ ਅਜਿਹਾ ਕਹਿਣਾ ਗੁਨਾਹ ਹੈ। ਔਰ ਇਹਦਾ ਬਕਾਇਦਾ ਤੌਹੀਨ ਖੁਦਾ ਦਾ ਮੁਕੱਦਮਾ ਆਇਦ ਕੀਤਾ ਜਾਂਦਾ ਮਨੁੱਖ ਦੇ ਉੱਤੇ ਜੇਕਰ ਇਹੋ ਜਿਹੀ ਕੋਈ ਗੱਲ ਬੋਲਦਾ ਹੈ। ਤੋ ਇਹ ਨਾਅਰਾ ਲਾਉਣ ਦੇ ਇਹ ਤੇ ਫਿਰ ਸਪਸ਼ਟ ਹੈ ਕਿ ਜਿਹਨੇ ਨਾਅਰਾ ਲਾਇਆ ਤੇ ਉਹਨੂੰ ਉਹਦੇ ਬਦਲੇ ਸਜ਼ਾ ਵੀ ਮਿਲੀ ਹੋਊਗੀ। ਤੋ ਸਾਡੇ ਕੋਲੇ ਚਾਰ ਬੰਦੇ ਹੈਗੇ ਨੇ ਇੱਥੇ। ਪਹਿਲਾ ਹੈਗਾ ਅਫਲਾਤੂਨ ਨੇ ਲਾਇਆ। ਪਹਿਲੀ ਗੱਲ ਕਿ ਅਫਲਾਤੂਨ ਜਿਹੜਾ ਹੈਗਾ ਉਹ ਸਾਮੀ ਨਹੀਂ ਹੈਗਾ ਜਾਂ ਅਰਬੀ ਨਹੀਂ ਹੈਗਾ ਬੰਦਾ। ਇਹ ਬੰਦਾ ਅਫਲਾਤੂਨ ਜਿਹੜਾ ਹੈਗਾ ਇਹ ਤੁਹਾਡਾ ਜਿਹੜਾ ਤੁਸੀਂ ਪੜ੍ਹਦੇ ਹੋ ਅਰਸਤੂ, ਪੋਇਟਿਕਸ ਵਾਲਾ ਅਰਸਤੂ ਹੈ। ਅਰਸਤੂ ਗ੍ਰੀਕ ਸੀਗਾ ਔਰ ਇਹ ਅਰਬੀ ਬੰਦਾ ਨਹੀਂ ਸੀਗਾ, ਔਰ ਇਹਨੇ ਨਾਅਰਾ ਨਹੀਂ ਲਾਇਆ, ਪਹਿਲੀ ਗੱਲ। ਉਸ ਤੋਂ ਬਾਅਦ ਆ ਜਾਂਦਾ ਰਾਬੀਆ। ਰਾਬੀਆ ਰਜ਼ੀਨੋ ਅੱਲਾਹ ਤਾਲਾ ਨੂੰ ਜਿਹੜੀ ਹੈਗੀ ਆ ਇਹ ਇੱਕ ਸੂਫੀ ਫਕੀਰ ਹੈ, ਔਰ ਅਰਬ ਦੇ ਵਿੱਚ ਜਿਹੜਾ ਹੈਗਾ ਮੁਹੰਮਦ ਸਾਹਿਬ ਤੋਂ ਬਾਅਦ ਦੇ ਵਿੱਚ ਇਹਦਾ ਸਮਾਂ ਆਉਂਦਾ ਹੈ, ਔਰ ਇਹਨੇ ਵੀ ਇਹ ਜਿਹੜਾ ਨਾਅਰਾ ਨਹੀਂ ਲਾਇਆ। ਉਸ ਤੋਂ ਬਾਅਦ ਆ ਜਾਂਦਾ ਇਬਨ ਅਰਬੀ ਰਹਿਮਤ ਅੱਲਾਹ ਤਾਲਾ ਨੂੰ। ਤੋ ਇਹ ਵੀ ਇੱਕ ਅਰਬ ਦਾ ਫਕੀਰ ਹੈਗਾ ਵਾ, ਇਸ ਨੇ ਵੀ ਇਹ ਨਾਅਰਾ ਜਿਹੜਾ ਹੈਗਾ ਉਹ ਨਹੀਂ ਲਾਇਆ ਹੈਗਾ। ਤੋ ਸਾਡਾ ਆਨਸਰ ਜਿਹੜਾ ਹੈਗਾ ਇੱਥੇ ਆਏਗਾ ਮਨਸੂਰ ਆੜਾ। ਇਹਦਾ ਪੂਰਾ ਨਾਮ ਹੈ ਜਿਹੜਾ ਮਨਸੂਰ ਹੈ, ਇਹਦਾ ਪੂਰਾ ਨਾਮ ਹੈ ਮਨਸੂਰ, ਮਨਸੂਰ ਅਲ ਹਲਾਜ। ਅਲ ਹਲਾਜ, ਅਲ ਹਲਾਜ ਵੀ ਅਰਬੀ ਦਾ ਅਰਥ ਹੈ, ਜਿਹਦਾ ਅਰਬੀ ਦਾ ਸ਼ਬਦ ਹੈਗਾ ਜਿਹਦਾ ਅਰਥ ਹੁੰਦਾ ਪਿੰਜਾ।
ਜਿਹੜਾ ਤੁਸੀਂ ਰੂਹ ਤੇ ਵੜੇਵਿਆਂ ਨੂੰ ਅਲੱਗ-ਅਲੱਗ ਕਰਨ ਵਾਲਾ ਇੱਕ ਯੰਤਰ ਹੁੰਦਾ, ਉਹਨੂੰ ਅਰਬੀ ਦੇ ਵਿੱਚ ਅਲ ਹਲਾਜ ਕਹਿੰਦੇ ਨੇ। ਤੋ ਮਨਸੂਰ ਅਲ ਹਲਾਜ ਨੇ ਇਹ ਨਾਰਾ ਲਾਇਆ ਸੀਗਾ, ਔਰ ਉਸਦਾ ਜਿਹੜਾ ਗੁਰੂ ਹੈਗਾ ਉਹਦਾ ਨਾਮ ਹੈ ਜੁਨੈਦ। ਜੁਨੈਦ ਮਨਸੂਰ ਦਾ ਗੁਰੂ ਹੈ ਜੁਨੈਦ। ਜੁਨੈਦ ਦੇ ਵਾਰ-ਵਾਰ ਕਹਿਣ ਤੇ ਵੀ ਉਸਨੇ ਨਾਰਾ ਲਾਇਆ, ਔਰ ਸ਼ਰਈ ਮੁਲਾਣੇ ਸੀਗੇ ਜਿਹੜੇ ਉਸ ਵੇਲੇ ਦੇ ਅਰਬ ਦੇ, ਜਿਹੜੇ ਕਿ ਕਾਜ਼ੀ ਸੀ ਉਸ ਵੇਲੇ ਦੇ, ਮੁਫਤੀ ਸੀਗੇ, ਧਰਮ ਦੇ ਪੈਰੋਕਾਰ ਸੀ, ਉਹਨਾਂ ਨੇ ਮਨਸੂਰ ਦੇ ਉੱਪਰ ਸੀਗਾ ਜਿਹੜਾ ਤੌਹੀਨ ਖੁਦਾ ਦਾ ਮੁਕੱਦਮਾ ਆਇਦ ਕਰਕੇ ਉਹਨੂੰ ਜਿਉਂਦਿਆਂ ਉਹਦੀ ਖੱਲ ਸੀਗੀ ਜਿਹੜੀ ਉਹਦੀ ਲੁਹਾ ਦਿੱਤੀ ਸੀ, ਭਾਵ ਉਹਨੂੰ ਜਿਹੜਾ ਕੈਪੀਟਲ ਪਨਿਸ਼ਮੈਂਟ ਦਿੱਤੀ ਸੀ, ਉਹਨੂੰ ਮੌਤ ਦੀ ਸਜ਼ਾ ਦਿੱਤੀ ਸੀਗੀ ਇਸ ਬੰਦੇ ਨੂੰ ਇਸ ਨਾਰੇ ਦੇ ਬਦਲੇ। ਤੋ ਅਨਲ ਹੱਕ ਦਾ ਅਰਥ ਹੁੰਦਾ ਮੈਂ ਹੀ ਰੱਬ ਹਾਂ। ਕਿਉਂਕਿ ਜਦੋਂ ਸੂਫੀਜ਼ਮ ਦੇ ਵਿੱਚ ਆਪਣੇ ਆਪ ਨੂੰ ਪਛਾਣ ਲਿਆ ਜਾਂਦਾ ਹੈ, ਜਦੋਂ ਤੁਸੀਂ ਬੁੱਲੇ ਸ਼ਾਹ ਨੂੰ ਪੜ੍ਹੋਗੇ ਜਾਂ ਸ਼ਾਹ ਹੁਸੈਨ ਨੂੰ ਪੜ੍ਹੋਗੇ, ਜਦੋਂ ਕਹਿੰਦਾ ਬੰਦੇ ਆਪ ਨੂੰ ਪਛਾਣ, ਜਦੋਂ ਆਪ ਨੂੰ ਪਛਾਣਿਆ ਜਾਂਦਾ ਤੇ ਉਦੋਂ ਪ੍ਰਮਾਤਮਾ ਦੇ ਵਿੱਚ ਤੇ ਮਨੁੱਖ ਦੇ ਵਿੱਚ ਕੋਈ ਅੰਤਰ ਨਹੀਂ ਰਹਿ ਜਾਂਦਾ। ਭਗਤ ਰਵਿਦਾਸ ਜੀ ਕਹਿੰਦੇ ਨੇ ਮੋਹੀ ਤੋਹੀ ਤੋਹੀ ਮੋਹੀ ਅੰਤਰ, ਇਹ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ। ਤੋ ਉਸ ਵੇਲੇ ਦੀ ਸਥਿਤੀ ਆ ਜਾਂਦੀ ਹੈਗੀ ਹੈ ਮਨੁੱਖ ਦੇ ਉੱਪਰ, ਜਦੋਂ ਰੱਬ ਨੂੰ ਪਛਾਣ ਲੈਂਦਾ, ਆਪਣੇ ਆਪ ਨੂੰ ਅੰਦਰੋਂ ਜਿਹੜਾ ਹੈਗਾ ਇਨਸਾਨ ਆਪਣੇ ਅੰਤःਕਰਨ ਦੇ ਅਲਹਾਦ ਨੂੰ ਪ੍ਰਾਪਤ ਕਰ ਲੈਂਦਾ ਹੈਗਾ। ਤੋ ਉਸ ਵੇਲੇ ਦਾ ਜਿਹੜਾ ਸੀਗਾ ਫਿਰ ਮਨੁੱਖ ਜਿਹੜਾ ਹੈਗਾ ਪੂਰਨ ਪ੍ਰਮਾਤਮਾ ਤੱਕ ਪਹੁੰਚ ਜਾਂਦਾ ਹੈਗਾ। ਤੋ ਇਹ ਨਾਰਾ ਜਿਹੜਾ ਮਨਸੂਰ ਨੇ ਲਾਇਆ ਸੀ, ਜਿਹਦੇ ਬਦਲੇ ਉਹਨੂੰ ਆਪਣੀ ਜਾਨ ਗਵਾਉਣੀ ਪਈ ਸੀਗੀ। ਨੈਕਸਟ ਹੈਗਾ ਹੱਥ ਨਾ ਲਾਈ ਕਸੁੰਬੜੈ ਸ਼ਬਦ ਦਾ ਕਰਤਾ ਹੈ। ਸਾਡੇ ਕੋਲ ਇਹ ਗੁਰਬਾਣੀ ਦਾ ਸ਼ਬਦ ਹੈ। ਤੋ ਇਹਦੇ ਸਾਡੇ ਕੋਲ ਚਾਰ ਜਿਹੜੇ ਇੱਥੇ ਆਪਸ਼ਨਸ ਨੇ। ਪਹਿਲਾ ਹੈਗਾ ਭਗਤ ਕਬੀਰ। ਤੋ ਭਗਤ ਕਬੀਰ ਜੀ ਨੇ ਜਿਹੜਾ ਇਹ ਸ਼ਬਦ ਨਹੀਂ ਲਿਖਿਆ ਹੈਗਾ। ਭਗਤ ਕਬੀਰ ਦੇ 240 ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ, ਔਰ ਸਭ ਤੋਂ ਭਗਤਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਬਾਣੀਕਾਰ ਭਗਤ ਕਬੀਰ ਜੀ ਹੈਗੇ ਨੇ। ਉਦੋਂ ਬਾਅਦ ਦੇ ਵਿੱਚ ਆ ਜਾਂਦੇ ਨੇ ਗੁਰੂ ਨਾਨਕ ਸਾਹਿਬ। ਗੁਰੂ ਨਾਨਕ ਦੇਵ ਜੀ ਦਾ ਵੀ ਇਹ ਸ਼ਬਦ ਜਿਹੜਾ ਹੈਗਾ ਉਹ ਨਹੀਂ ਲਿਖਿਆ ਹੈਗਾ। ਉਸ ਤੋਂ ਬਾਅਦ ਹੈ ਗੁਰੂ ਅਮਰਦਾਸ ਜੀ ਮਹਾਰਾਜ। ਇਹ ਸ਼ਬਦ ਗੁਰੂ ਅਮਰਦਾਸ ਜੀ ਨੇ ਵੀ ਨਹੀਂ ਲਿਖਿਆ। ਇਹਦਾ ਸਾਡਾ ਆਨਸਰ ਜਿਹੜਾ ਆਏਗਾ, ਕਰੈਕਟ ਆਨਸਰ ਹੋਏਗਾ, ਉਹ ਹੈਗਾ ਜੀ ਈਡੀ, ਸ਼ੇਖ ਫਰੀਦ ਸਕਰਗੰਜ ਮਸੂਦ ਸਾਹਿਬ 1173 ਤੋਂ 1265। ਫਰੀਦ ਜੀ ਦਾ ਇਹ ਸ਼ਬਦ ਹੈਗਾ। ਔਰ ਰਾਗ ਸੂਹੀ ਦੇ ਵਿੱਚ ਆ ਪੂਰਾ ਸ਼ਬਦ ਹੈ, ਹੱਥ ਨਾ ਲਾਈ ਕਸੁੰਬੜੈ ਜਲ ਜਾਸੀ ਢੋਲਾ। ਤੋ ਇਹ ਸ਼ਬਦ ਦੀ ਰਚਨਾ ਜਿਹੜੀ ਹੈਗੀ ਆ ਉਹ ਬਾਬਾ ਫਰੀਦ ਜੀ ਨੇ ਰਾਗ ਸੂਹੀ ਦੇ ਵਿੱਚ ਕੀਤੀ ਹੈ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਮਿਲਦਾ ਹੈਗਾ। ਇਹਨਾਂ ਤਿੰਨਾਂ ਰਾਈਟਰਾਂ ਦੇ ਵਿੱਚੋਂ ਬਾਕੀਆਂ ਦੇ ਜਿਹੜੇ ਹੈਗੇ ਨੇ, ਇਹਨਾਂ ਨੇ ਇਹਦੀ ਰਚਨਾ ਨਹੀਂ ਕੀਤੀ ਹੈਗੀ। ਰਹੱਸਵਾਦ ਦਾ ਸੰਕਲਪ ਹੈ। ਹੁਣ ਰਹੱਸ ਹੈ ਜਿਹੜਾ, ਰਹੱਸ ਅੰਗਰੇਜ਼ੀ ਦੇ ਮਿਸਟਰੀ ਦਾ ਪਰਿਆਏ ਹੈ। ਅਰਬੀ ਦੇ ਵਿੱਚ ਰਹੱਸ ਨੂੰ ਜਿਹੜਾ ਕਸ਼ਫੁਲ ਆਖਿਆ ਜਾਂਦਾ ਹੈਗਾ, ਜਿਹੜਾ ਤੁਹਾਡੀ ਪਹੁੰਚ ਤੋਂ ਦੂਰ ਹੈ, ਜਿਹੜਾ ਤੁਹਾਡੀ ਪਹੁੰਚ ਤੋਂ ਪਾਸੇ ਦੀ ਗੱਲ ਕਰਦਾ ਹੈਗਾ, ਜਿਹੜਾ ਤੁਹਾਡਾ ਅਕਲ ਤੇ ਬੁੱਧੀ ਔਰ ਜਿਹੜਾ ਜਿੱਥੇ ਮਨ ਤਿੰਨੇ ਹੀ ਆਪਣਾ ਕੰਮ ਛੱਡ ਜਾਂਦੇ ਨੇ, ਜਿੱਥੇ ਮਨ ਸਾਧਨਾ ਦੇ ਨਾਲ ਕਿਸੇ ਵਿਆਪ ਰਹੀ ਵਸਤੂ ਦਾ ਗਿਆਨ ਪ੍ਰਾਪਤ ਕਰਦਾ, ਉੱਥੇ ਰਹੱਸਵਾਦ ਹੁੰਦਾ ਹੈਗਾ। ਤੋ ਰਹੱਸਵਾਦ ਦੇ ਵਿੱਚ ਇੱਥੇ ਦਾ ਸੰਕਲਪ ਇਹਨਾਂ ਵਿੱਚੋਂ ਕਿਹੜਾ ਹੈ? ਅਸਤਿਤਵ ਹੈ। ਜੇ ਮੈਂ ਪਹਿਲਾਂ ਹੀ ਗੱਲ ਕਰ ਦਿੱਤੀ ਕਿ ਅਸਤਿਤਵ ਦਾ ਸੰਬੰਧ ਰਹੱਸ ਦੇ ਨਾਲ ਨਹੀਂ ਹੈ। ਅਸਤਿਤਵ ਦਾ ਅਰਥ ਹੈ ਜੋ ਭੌਤਿਕ ਤੁਹਾਨੂੰ ਦਿਖਦਾ ਪਿਆ ਹੈਗਾ, ਜੋ ਮਟੀਰੀਅਲਿਸਟਿਕ ਹੈ ਉਹ ਅਸਤਿਤਵ ਹੈ। ਤੋ ਰਹੱਸ ਦਾ ਸੰਬੰਧ ਇਹਦੇ ਨਾਲ ਹੈ ਹੀ ਨਹੀਂ। ਉਸ ਤੋਂ ਬਾਅਦ ਦੇ ਵਿੱਚ ਆ ਗਿਆ ਪੁਲੇ ਸਰਾਤ। ਹੁਣ ਪੁਲ ਸਰਾਤ, ਇਹ ਪੁਲੇ ਸਰਾਤ ਨਹੀਂ, ਇਹ ਹੈ ਪੁਲ ਸਰਾਤ। ਪੁਲ ਸਰਾਤ ਜਦੋਂ ਤੁਸੀਂ ਕੁਰਾਨ ਦੀ ਤਲਾਵਤ ਕਰਦੇ ਹੋ, ਉਹਦੇ ਵਿੱਚ ਇਹਦੇ ਕਨਸੈਪਟ ਜਿਹੜੇ ਸੰਕਲਪ ਆਉਂਦੇ ਹੈਗੇ ਨੇ। ਬਾਬਾ ਫਰੀਦ ਜੀ ਬਾਣੀ ਦੇ ਵਿੱਚ ਵੀ ਲਿਖਦੇ ਨੇ ਕਿ ਵਾਲੋ ਨਿੱਕੀ ਪੁਲ ਸਰਾਤ ਕੰਨੀ ਨਾ ਸੁਣਿਓ। ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਕਿ ਵਾਲੋ ਨਿੱਕੀ ਖੰਨਿਓ ਤਿੱਖੀ ਏਤ ਮਾਰਗ ਜਾਣਾ। ਤੋ ਹੁਣ ਵਾਲੋ ਨਿੱਕੀ ਖੰਨਿਓ ਤਿੱਖੀ ਜਾਂ ਵਾਲੋ ਨਿੱਕੀ ਪੁਲ ਸਰਾਤ ਕੰਨੀ ਨਾ ਸੁਣਿਓ। ਹੁਣ ਪੁਲ ਸਰਾਤ ਕੀ ਹੈਗਾ ਹੈ ਕਿ ਸਥੂਲ ਜਗਤ ਤੋਂ ਜੋ ਅਸਥੂਲ ਦਾ ਸਫ਼ਰ ਹੈ, ਇਹਨੂੰ ਬਰਜ਼ਖ ਦਾ ਸਫ਼ਰ ਕਿਹਾ ਗਿਆ ਕੁਰਾਨ ਦੇ ਵਿੱਚ। ਬਰਜ਼ਖ ਦਾ ਸਫ਼ਰ, ਇਹ ਜਿਹੜਾ ਇਸ ਦੁਨੀਆ ਤੋਂ, ਸਾਡੀ ਜਿਉਂਦੀ ਜਾਗਦੀ ਦੁਨੀਆ ਤੋਂ ਮੋਇਆਂ ਦੀ ਜਿਹੜੀ ਦੁਨੀਆ ਹੈਗੀ ਹੈ, ਜੋ ਪ੍ਰਮਾਤਮਾ ਦਾ ਦਰਬਾਰ ਹਾਜ਼ਰ ਹਜ਼ੂਰ ਹੈ, ਉਹਦਾ ਜਿਹੜਾ ਸਫ਼ਰ ਹੈਗਾ ਉਹਨੂੰ ਪੁਲ ਸਰਾਤ ਆਖਿਆ ਜਾਂਦਾ ਹੈ। ਇਹਨੂੰ ਬਰਜ਼ਖ ਦਾ ਸਫ਼ਰ ਆਖਿਆ ਜਾਂਦਾ ਹੈ। ਔਰ ਆਤਮਾ ਇਹ ਬਰਜ਼ਖ ਦਾ ਸਫ਼ਰ ਕਿਹੋ ਜਿਹਾ ਹੈ? ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਐਕਸਪਲੇਨ ਕੀਤਾ ਹੈ ਕਿ ਵਾਲੋਂ ਨਿੱਕੀ ਖੰਨਿਓ ਤਿੱਖੀ।
ਇਹ ਸਫ਼ਰ ਕਿਹੋ ਜਿਹਾ, ਇਹ ਜਿਹੜਾ ਪੁਲ ਹੈਗਾ ਨਾ ਸਰਾਤ ਦਾ ਪੁਲ, ਇਹ ਇੰਨਾ ਕੁ ਇਹੋ ਜਿਹਾ ਹੈ ਕਿ ਵਾਲ ਵਰਗਾ ਪਤਲਾ ਤੇ ਖੰਡੇ ਦੀ ਧਾਰ ਜਿੰਨਾ ਬਰੀਕ ਹੈ। ਇਹਦੇ ਉੱਪਰ ਜੀਵਾਤਮਾ ਨੂੰ ਜਿਹੜਾ ਹੈਗਾ ਲੰਘ ਕੇ ਪ੍ਰਮਾਤਮਾ ਦੇ ਹਾਜ਼ਰ ਹਜ਼ੂਰ ਜਾਣਾ ਪੈਂਦਾ ਹੈ, ਤੇ ਜੇਕਰ ਇਹਦੇ ਤੋਂ ਗਿਰ ਜਾਂਦੀ ਹੈ ਆਤਮਾ ਤੇ ਫਿਰ ਉਹ ਜਹੰਨਮ ਦੀ ਅੱਗ ਦੇ ਵਿੱਚ ਕਿਆਮਤ ਤੱਕ ਜਿਹੜੀ ਹੈਗੀ ਆ ਉਹ ਸੜਦੀ ਰਹਿੰਦੀ ਹੈ। ਕੁਰਾਨ ਦੇ ਵਿੱਚ ਬੜਾ ਵਸੀਹ ਇਹਦੇ ਬਾਰੇ ਜਿਹੜਾ ਵਰਣਨ ਪੇਸ਼ ਕੀਤਾ ਗਿਆ ਹੈਗਾ ਸੂਰਾ ਅਲ ਨਿਸ਼ਾ ਔਰ ਸੂਰਾ ਅਲ ਬਕਰਾ ਦੇ ਵਿੱਚ। ਤੋ ਇਹ ਪੁਲ ਸਰਾਤ ਉਹ ਹੈ। ਉਸ ਤੋਂ ਬਾਅਦ ਆ ਜਾਂਦਾ ਹੈ ਇਹ ਲੌਕਿਕਤਾ। ਇਹ ਲੌਕਿਕਤਾ ਦਾ ਅਰਥ ਵੀ ਜਿਹੜਾ ਹੈਗਾ ਅਸਤਿਤਵ ਦੇ ਨਾਲ ਹੈਗਾ, ਜਿਹੜਾ ਤੁਹਾਨੂੰ ਦਿਖਦਾ ਹੈਗਾ ਇਹ ਲੋਕ ਦੀ ਗੱਲ ਹੈਗੀ ਹੈ, ਜੋ ਤੁਹਾਡੇ ਸਾਹਮਣੇ ਪਈ ਚੀਜ਼ ਹੈਗੀ ਆ ਉਹ ਇਹ ਲੋਕ ਹੈ। ਤੋ ਇਹਦਾ ਸੰਬੰਧ ਵੀ ਰਹੱਸਵਾਦ ਦੇ ਨਾਲ ਨਹੀਂ। ਤੋ ਸੰਬੰਧ ਕਿਹਦਾ ਹੈਗਾ ਰਹੱਸਵਾਦ ਦੇ ਨਾਲ? ਈੜੀ ਦਾ, ਤਜ਼ਵੁਫ ਦਾ। ਤਜ਼ਵੁਫ ਦਾ ਸੰਬੰਧ ਜਿਹੜਾ ਹੈਗਾ ਰਹੱਸਵਾਦ ਨਾਲ ਹੈ। ਤਜ਼ਵੁਫ ਅਰਬੀ ਭਾਸ਼ਾ ਦਾ ਸ਼ਬਦ ਹੈਗਾ ਜਿਹਦਾ ਅਰਥ ਹੈ ਇਨਸਾਨੀਅਤ ਨੂੰ ਪਿਆਰ ਕਰਨਾ, ਮਾਲਿਕ ਮੁਲਕ ਮਾਲਿਕਲ ਗਨੀ ਨੂੰ ਪਿਆਰ ਕਰਨਾ। ਕੁਰਾਨ ਦੇ ਵਿੱਚ ਇੱਕ ਸੂਰਤ ਆਉਂਦੀ ਹੈਗੀ ਆ ਮਾਲਿਕ ਮੁਲਕ ਖਲਕ ਮੀਨ ਜ਼ਰੂਰਤ ਇल्ला ਤਾਲਾ ਹਜ਼ਮਕਤ ਫਿਤਨਾਹੂ। ਤੋ ਇਹ ਜਿਹੜੀ ਆਪਣੀ ਆਇਤ ਹੈਗੀ ਆ ਉਹ ਇਸ ਗੱਲ ਨੂੰ ਐਕਸਪਲੇਨ ਕਰਦੀ ਹੈ ਕਿ ਰਹੱਸਵਾਦ ਦੀ ਗੱਲ ਹੈਗੀ ਹੈ, ਜਿੱਥੇ ਇਨਸਾਨੀਅਤ ਦੇ ਪਿਆਰ ਦੀ ਗੱਲ ਆਉਂਦੀ ਹੈਗੀ ਆ। ਪ੍ਰਗੀਤ ਦਾ ਸੰਬੰਧ ਹੈ ਸਾਡੇ ਕੋਲ ਇੱਥੇ 4 ਆਪਸ਼ਨਸ ਨੇ। ਜਿਹੜਾ ਪ੍ਰਗੀਤ ਹੈ ਇਹ ਗੀਤ ਕਾਵ ਦਾ ਹੀ ਇੱਕ ਪ੍ਰਤੀਰੂਪ ਹੁੰਦਾ ਹੈਗਾ। ਪ੍ਰਗੀਤ ਕਾਵ ਹੈਗਾ ਜਿਹੜਾ ਉਹ ਗੀਤ ਦਾ ਹੀ ਇੱਕ ਪ੍ਰਤੀਰੂਪ ਹੁੰਦਾ ਹੈ। ਸਾਡੇ ਕੋਲ ਜਿਹੜਾ ਹੈਗਾ 4 ਆਪਸ਼ਨਸ ਨੇ, ਸਵੈ ਸੰਬੋਧਨ ਨਾਲ ਹੈ, ਪਰੋਖ ਸ਼੍ਰਵਣ ਨਾਲ ਹੈ, ਅਪਰੋਖ ਸ਼੍ਰਵਣ ਨਾਲ ਹੈ ਜਾਂ ਪਾਤਰ ਸੰਬੋਧਨ ਨਾਲ ਹੈ। ਤੋ ਪ੍ਰਗੀਤ ਦਾ ਜਿਹੜਾ ਸੰਬੰਧ ਹੁੰਦਾ ਹੈਗਾ ਉਹ ਸਵੈ ਸੰਬੋਧਨ ਨਾਲ ਹੁੰਦਾ ਹੈ। ਪ੍ਰਗੀਤ ਦੇ ਵਿੱਚ ਸਵੈ ਸੰਬੋਧਨੀ ਸ਼ੈਲੀ ਦੀ ਜਿਹੜੀ ਵਰਤੋਂ ਕੀਤੀ ਜਾਂਦੀ ਹੈਗੀ ਹੈ। ਇਸ ਕਰਕੇ ਸਾਡਾ ਜਿਹੜਾ ਆਨਸਰ ਹੈਗਾ ਉਹ ਊੜਾ ਆਏਗਾ। ਮਹਾਕਾਵ ਹੈ ਸੱਭਿਆਚਾਰਕ ਨਾਇਕ ਦੀ ਗਾਥਾ ਹੈ, ਸਧਾਰਨ ਮਨੁੱਖ ਦੀ ਕਹਾਣੀ ਹੈ, ਮਹਾਨ ਮਨੁੱਖ ਦਾ ਗੁਣਗਾਨ ਹੈ, ਧਾਰਮਿਕ ਵਿਅਕਤੀ ਦੀ ਰਚਨਾ ਹੈ। ਸਾਡੇ ਕੋਲ ਜਿਹੜੇ ਹੈਗੇ ਨੇ 4 ਆਪਸ਼ਨ ਨੇ। तो पहली गल ते महाकाव की है? महाकाव अंग्रेजी दे एपिक दा पर्याय है। महाकाव की हुंदा हैगा? महाकाव किसे महान मनुख दे जीवन दा गुणगान हुंदा हैगा। साडे कोल जिहड़ा आंसर हैगा जिहड़ा इहदा ओह ईडी आएगा। ਇਹ महान मनुख दे जीवन दा गुणगान हुंदा है और ਇਹ रचना ਨੂੰ ਸਰਗਾਂ ਦੇ ਵਿੱਚ ਵੰਡਿਆ ਜਾਂਦਾ ਹੈਗਾ। ਸਰਗ ਕੀ ਹੈਗੇ ਨੇ? ਇੱਕ ਪ੍ਰਕਾਰ ਦੇ ਖੰਡ ਹੁੰਦੇ ਨੇ। महाकाव ਜਿਹੜਾ ਹੈਗਾ ਪ੍ਰਬੰਧ ਕਾਵ ਦਾ ਇੱਕ ਭੇਦ ਹੈ ਸ਼ਾਸਤਰਕਾਰਾਂ ਦੇ ਅਨੁਸਾਰ, ਤੇ ਇਹ ਘੱਟੋ ਘੱਟ 8 ਸਰਗਾਂ ਦੇ ਵਿੱਚ ਵੰਡੀ ਗਈ ਇੱਕ ਲੰਬੀ ਬ੍ਰਿਤਾਂਤਕ ਰਚਨਾ ਹੁੰਦੀ ਹੈਗੀ ਆ। ਤੋ ਇੱਕ ਲੰਬੀ ਬ੍ਰਿਤਾਂਤਕ ਰਚਨਾ ਜੋ ਕਿਸੇ ਮਹਾਨ ਨਾਇਕਤਵ ਦੇ ਚਿਤਰਣ ਨੂੰ ਜਿਹੜਾ ਹੈਗਾ ਵਿਅਕਤ ਕਰਦੀ ਹੈਗੀ ਆ ਉਹਨੂੰ ਮਹਾਕਾਵ ਆਖਿਆ ਜਾਂਦਾ। ਔਰ ਸਰਗਾਂ ਦੇ ਵਿੱਚ ਵੰਡੀ ਗਈ ਹੁੰਦੀ ਹੈ ਜਿਹਦੇ ਵਿੱਚ ਵੀਰ ਰਸ, ਕਰਮਵਾਰ ਸ਼੍ਰਿੰਗਾਰ ਰਸ, ਕਰੁਣਾ ਰਸ ਤੇ ਜਿਹੜਾ ਸ਼੍ਰਿੰਗਾਰ ਵਿਪਰਲੰਭ ਸੰਯੋਗ ਰਸ ਦੀ ਜਿਹੜੀ ਅਭਿਵਿਅੰਜਨਾ ਇਹਦੇ ਵਿੱਚ ਕੀਤੀ ਗਈ ਹੁੰਦੀ ਹੈਗੀ ਹੈ। ਇਸ ਕਰਕੇ ਸਾਡਾ ਆਨਸਰ ਜਿਹੜਾ ਹੈਗਾ ਉਹ ਈਡੀ ਆਏਗਾ। ਇਹ ਮਹਾਨ ਮਨੁੱਖ ਦਾ ਗੁਣਗਾਨ ਹੁੰਦੀ ਹੈਗੀ ਹੈ। ਨੈਕਸਟ ਹੈ ਮਾਰਕਸਵਾਦੀ ਅਧਿਐਨ ਪ੍ਰਣਾਲੀ ਸੰਬੰਧਿਤ ਹੈ। ਮਾਰਕਸ ਅਰਨਾਲਡ ਫਰਾਇਡ ਜਿਹੜੇ ਬੰਦੇ ਨੇ ਇਹਨਾਂ ਨੇ ਇੱਥੇ ਕੁਐਸਚਨ ਦੇ ਵਿੱਚ ਇਹ ਪੁੱਛਿਆ ਹੈਗਾ ਕਿ ਮਾਰਕਸਵਾਦੀ ਪ੍ਰਣਾਲੀ ਨਾਲ ਇਹ ਬੰਦੇ ਕਿਹੜੇ-ਕਿਹੜੇ ਸੰਬੰਧਿਤ ਨੇ ਇਹਦੇ ਵਿੱਚ। ਮਾਰਕਸ ਅਰਨਾਲਡ ਫਰਾਇਡ ਇਹ ਗਲਤ ਹੈ, ਇਹ ਨਹੀਂ, ਕਿਉਂਕਿ ਇਹਦੇ ਵਿੱਚ ਜਿਹੜਾ ਹੈਗਾ ਅਰਨਾਲਡ ਜਿਹੜਾ ਹੈਗਾ ਔਰ ਫਰਾਇਡ ਜਿਹੜਾ ਹੈਗਾ ਇਹ ਦੋਨੇ ਵੱਖ-ਵੱਖ ਪ੍ਰਣਾਲੀਆਂ ਦੇ ਬੰਦੇ ਨੇ। ਇਹ ਸੋਝਵਾਦੀ ਹੈ, ਉਹ ਜਿਹੜਾ ਹੈਗਾ ਮਾਰਕਸਵਾਦੀ ਆਪਣਾ ਫਰਾਇਡ ਜਿਹੜਾ ਹੈਗਾ ਉਹ ਲਿੰਗਵਾਦੀ ਹੈਗਾ। ਉਸ ਤੋਂ ਬਾਅਦ ਵਿੱਚ ਮਾਰਕਸ, ਐਂਗਲਸ ਤੇ ਟੀ.ਐਸ. ਏਲੀਅਟ। ਇਹਦੇ ਵਿੱਚ ਮਾਰਕਸ ਤੇ ਐਂਗਲਸ ਤੇ ਸਹੀ ਹੈਗੇ ਨੇ, ਪਰ ਟੀ.ਐਸ. ਏਲੀਅਟ ਜਿਹੜਾ ਹੈਗਾ ਉਹ ਅਸਤਿਤਵਵਾਦੀ ਹੈਗਾ। ਫਿਰ ਪੰਜਾਬੀ ਦੇ ਚਿੰਤਕਾਂ ਦੇ ਵਿੱਚੋਂ ਸੰਤ ਸਿੰਘ ਸੇਖੋਂ, ਡਾਕਟਰ ਅਤਰ ਸਿੰਘ ਤੇ ਡਾਕਟਰ ਹਰਭਜਨ ਸਿੰਘ, ਇਹਨਾਂ ਵਿੱਚੋਂ ਸੰਤ ਸਿੰਘ ਸੇਖੋਂ ਵੀ ਸਹੀ ਹੈ ਤੇ ਅਤਰ ਸਿੰਘ ਵੀ ਸਹੀ ਹੈ, ਪਰ ਡਾਕਟਰ ਹਰਭਜਨ ਸਿੰਘ ਜਿਹੜੇ ਹੈਗੇ ਨੇ ਉਹ ਸੋਝਵਾਦੀ ਨੇ ਜਾਂ ਰੂਪਵਾਦੀ ਹੈਗੇ ਨੇ। ਤਾਂ ਇਸ ਕਰਕੇ ਸਾਡੇ ਕੋਲ ਜਿਹੜਾ ਆੜਾ ਆਪਸ਼ਨ ਹੀ ਬਾਕੀ ਬਚ ਗਿਆ। ਇਹਦੇ ਵਿੱਚ ਮਾਰਕਸ ਹੈਗਾ ਆ ਗਿਆ, ਐਂਗਲਸ ਆ ਗਿਆ ਤੇ ਰਿਮੰਡ ਵਿਲੀਅਮ ਆ ਗਿਆ। ਇਹ ਤਿੰਨੇ ਹੀ ਮਾਰਕਸਵਾਦੀ ਪ੍ਰਣਾਲੀ ਦੇ ਨਾਲ ਜਿਹੜੇ ਸੰਬੰਧ ਰੱਖਦੇ ਹੈਗੇ ਨੇ। ਇਹ ਤਿੰਨ ਸਾਡਾ ਆਨਸਰ ਜਿਹੜਾ ਆਏਗਾ ਉਹ ਇੱਥੇ ਆੜਾ ਆਏਗਾ ਜੀ। ਇਹ ਮਾਰਕਸ, ਫਰੈਡਰਿਕ ਐਂਗਲਸ ਤੇ ਰਿਮੰਡ ਵਿਲੀਅਮ, ਤਿੰਨ ਬੰਦੇ ਜਿਹੜੇ ਮਾਰਕਸਵਾਦੀ ਪ੍ਰਲੋਚਨਾ ਪ੍ਰਣਾਲੀ ਨਾਲ ਇਹਨਾਂ ਦਾ ਸੰਬੰਧ ਹੈਗਾ। ਸਾਹਿਤਯ ਦਰਪਣ ਦਾ ਲੇਖਕ ਹੈ। ਹੁਣ ਸਾਹਿਤਯ ਦਰਪਣ ਇੱਕ ਸਿਧਾਂਤਕ ਕਿਤਾਬ ਹੈ ਜਿਹਦੇ ਵਿੱਚ ਆਲੋਚਨਾਤਮਕ ਅਧਿਐਨ ਕੀਤਾ ਗਿਆ ਹੈ ਭਾਰਤੀ ਕਾਵਿ ਸ਼ਾਸਤਰੀ ਸਕੂਲਾਂ ਦੇ ਸੰਦਰਭ ਦੇ ਵਿੱਚ। ਸਾਡੇ ਕੋਲ ਪਹਿਲਾ ਆਨਸਰ ਹੈਗਾ ਉਹ ਹੈ ਭਰਤ ਮੁਨੀ।
तो भरत मुनि की यह किताब नहीं, यदि किताब का नाम है नाट्य शास्त्र। नाट्य शास्त्र ਇਹਦੇ ਵਿੱਚ ਜਿਹੜਾ ਹੈਗਾ ਭਰਤ ਨਾਟਯ ਸ਼ਾਸਤਰ ਦੇ ਵਿੱਚ ਰਸ ਦੀ ਅਭਿਵਿਅਕਤੀ ਕਰਦਾ ਹੈਗਾ, ਰਸ ਨੂੰ ਐਕਸਪਲੇਨ ਕਰਦਾ ਹੈ। ਉਹਦਾ ਇਹਦੇ ਵਿੱਚ ਸੂਤਰ ਆਉਂਦਾ ਹੈਗਾ ਵਿਭਾਵਾਨੁਭਾਵਾ ਵਿਭਚਾਰੀਓ ਸੰਯੋਗਾਰਦੋ ਰਸੋ ਨਿਸ਼ਪਤੀ ਇਤੇ ਸਰਵਦਾਨੀ ਸਰਵਤਮ ਸਰਵਸ਼੍ਰੇਸ਼ਠ ਰਸਹ। ਤੋ ਰਸ ਦੀ ਇਹਦੇ ਵਿੱਚ ਅਭਿਵਿਅੰਜਨਾ ਕਰਦਾ ਹੈਗਾ ਜਿਹੜਾ ਭਰਤ ਮੁਨੀ ਹੈਗਾ ਇੱਥੇ। ਤੋ ਇਹਦੀ ਕਿਤਾਬ ਸਾਹਿਤਯ ਦਰਪਣ ਨਹੀਂ। 2 ਨੰਬਰ ਤੇ ਆ ਜਾਂਦਾ ਹੈਗਾ ਆਚਾਰੀਆ ਜਗਨਨਾਥ। ਜਗਨਨਾਥ ਦੀ ਕਿਤਾਬ ਦਾ ਨਾਮ ਹੈਗਾ ਰਸ गंगाधर। रस गंगाधर ਇਹ 2 ਆਨਨਾਂ ਦੇ ਵਿੱਚ ਵੰਡੀ ਗਈ ਕਿਤਾਬ ਹੈ, ਜਿਹਦੇ ਵਿੱਚ ਮੂਲ ਰੂਪ ਦੇ ਵਿੱਚ ਅਲੰਕਾਰ, ਰਸ, ਧਵਨੀ ਆਦਿ ਸਿਧਾਂਤਾਂ ਦਾ ਜਿਹੜੀ ਪਰਖ ਪੜਚੋਲ ਕੀਤੀ ਗਈ ਹੈ। ਬੜੀ ਸਿਧਾਂਤਕ ਪੜਚੋਲ ਕਰਦਾ ਹੈਗਾ। ਔਰ ਸ਼ਾਹਜਹਾਨ ਦਾ ਜਿਹੜਾ ਇਹ ਜਗਨਨਾਥ ਸ਼ਾਹਜਹਾਨ ਦਾ ਸਮਕਾਲੀ ਹੈਗਾ, ਸ਼ਾਹਜਹਾਨ ਦੇ ਦਰਬਾਰ ਦਾ ਕਵੀ ਹੈਗਾ ਇਹ ਬੰਦਾ। तो उस तो बाद दे विच साडे कोल आ जांदा अभिनव गुप्त। अभिनव गुप्त जिहड़ा हैगा है, अभिनव गुप्त भी एक वृत्तिकार हैगा। ਇਹਦੇ ਸਾਨੂੰ 2 ਟੀਕੇ ਮਿਲਦੇ ਨੇ। ਇੱਕ ਟੀਕਾ ਇਹਦਾ ਜਿਹੜਾ ਇਹਨੇ ਲਿਖਿਆ ਹੈਗਾ ਉਹ ਨਾਟਯ ਸ਼ਾਸਤਰ ਦੇ ਉੱਤੇ ਲਿਖਿਆ, ਉਹਦਾ ਨਾਮ ਹੈਗਾ ਅਭਿਨਵ ਭਾਰਤੀ। ਅਭਿਨਵ ਭਾਰਤੀ। ਅਤੇ ਦੂਜਾ ਟੀਕਾ ਅਭਿਨਵ ਗੁਪਤ ਲਿਖਦਾ ਹੈਗਾ ਉਹ ਹੈ ਧਵਨੀ ਸਿਧਾਂਤ ਦੇ ਉੱਪਰ, ਧਵਨੀਆਂ ਲੋਕ ਦੇ ਉੱਪਰ। ਉਹਦਾ ਨਾਮ ਹੈ ਧਵਨੀਆਂ ਲੋਚਨਮ। ਧਵਨੀय ਲੋਚਨਮ ਇਹ ਇਹਦਾ ਟੀਕਾ ਹੈਗਾ ਜਿਹੜਾ ਉਹ ਧਵਨੀ ਸਿਧਾਂਤ ਦੇ ਉੱਪਰ ਲਿਖਿਆ ਗਿਆ ਹੈਗਾ। ਹੁਣ ਸਾਡੇ ਕੋਲੇ ਬਚ ਗਿਆ ਈਡੀ। ਹੁਣ ਆਨਸਰ ਵੀ ਸਾਡਾ ਈਡੀ ਹੀ ਆਏਗਾ। ਆਚਾਰੀਆ ਵਿਸ਼ਵਨਾਥ ਦੀ ਕਿਤਾਬ ਹੈਗਾ ਜਿਹੜੀ ਹੈਗੀ ਆ ਸਾਹਿਤਯ ਦਰਪਣ। ਅਸੀਂ ਇੱਥੇ ਜਿਹੜਾ ਹੈਗਾ ਈਡੀ ਨੂੰ ਠੀਕ ਕਰਾਂਗੇ, ਈਡੀ ਨੂੰ ਅਸੀਂ ਇੱਥੋਂ ਚੁਣਾਂਗੇ। ਇਹਦਾ ਲੇਖਕ ਜਿਹੜਾ ਹੈਗਾ ਉਹ ਹੈਗਾ ਆਚਾਰੀਆ ਵਿਸ਼ਵਨਾਥ। ਸਮੀਖਿਆ ਦ੍ਰਿਸ਼ਟੀਆਂ ਦਾ ਲੇਖਕ ਹੈ। ਹੁਣ ਸਾਡੇ ਕੋਲੇ ਇੱਥੇ ਜਿਹੜਾ ਹੈਗਾ 4 ਆਪਸ਼ਨਾਂ ਨੇ। ਪਹਿਲਾਂ ਕਰਨੈਲ ਸਿੰਘ ਥਿੰਦ। ਕਰਨੈਲ ਸਿੰਘ ਥਿੰਦ ਨੇ ਸਮੀਖਿਆ ਦੇ ਪੱਧਰ ਦੇ ਉੱਪਰ ਕੰਮ ਨਹੀਂ ਕੀਤਾ। ਇਹਨਾਂ ਦੀ ਬੜੀ ਮਹਾਨ ਕਿਤਾਬ ਹੈਗੀ, ਬੜੀ ਵੱਡੀ ਕਿਤਾਬ ਹੈਗੀ ਹੈ। ਔਰ ਇੱਕ ਗੱਲ ਹੋਰ ਹੈਗੀ ਹੈ ਕਿ ਕਰਨੈਲ ਸਿੰਘ ਥਿੰਦ ਲੋਕਧਾਰਾ ਵਾਸਤੇ ਲੋਕਯਾਨ ਸ਼ਬਦ ਦੀ ਵਰਤੋਂ ਕਰਦਾ ਹੈ। ਇਹਦੀ ਕਿਤਾਬ ਦਾ ਨਾਮ ਹੈਗਾ ਲੋਕਯਾਨ ਤੇ ਮੱਧਕਾਲੀਨ ਪੰਜਾਬੀ ਸਾਹਿਤ। ਲੋਕਯਾਨ ਤੇ ਮੱਧਕਾਲੀਨ ਪੰਜਾਬੀ ਸਾਹਿਤ। ਇਹ ਇਹਨਾਂ ਦਾ PhD ਥੀਸਿਸ ਹੈਗਾ ਜਿਹੜਾ ਪਬਲਿਸ਼ ਹੋਇਆ। ਉਸ ਤੋਂ ਬਾਅਦ ਗੁਰਚਰਨ ਸਿੰਘ ਹੈ। ਗੁਰਚਰਨ ਸਿੰਘ ਵੀ ਇਸ ਦਾ ਲੇਖਕ ਨਹੀਂ ਹੈਗਾ। ਫਿਰ ਅਮਰਜੀਤ ਸਿੰਘ ਕਾਂਗ ਹੈਗਾ। ਅਮਰਜੀਤ ਸਿੰਘ ਕਾਂਗ ਨੇ ਵੀ ਆਲੋਚਨਾ ਦੇ ਖੇਤਰ ਦੇ ਵਿੱਚ ਕੰਮ ਨਹੀਂ ਕੀਤਾ। ਇਹਦਾ ਸੰਬੰਧ ਵੀ ਜਿਹੜਾ ਹੈਗਾ ਉਹ ਕਿੱਸਾ ਕਾਵਿ ਨਾਲ ਰਿਹਾ ਹੈ। तो साडा जिहड़ा हैगा इत्थे आंसर करैक्ट आंसर आएगा जी, वो आएगा गुरचरण सिंह अर्शी। गुरचरण सिंह अर्शी पहला पंजाबी यूनिवर्सिटी पटियाला दे विच हैड दे तौर ते काम करते रहे ने पंजाबी विभाग दे विच। उस तो बाद दिल्ली यूनिवर्सिटी दे विच प्रोफैसर रहे ने। और इन्हां दी किताब दा नाम है समीक्षा दृष्टियां। पर जेकर समीक्षा प्रणालियां हुंदा एक इहदे नाल दी किताब होर हैगी है आलोचना दी, समीक्षा प्रणालियां उहदा नाम, वो प्रिंसीपल संत सिंह सिख हुंदी है। इहदे विचकार सानूं इत्थे इन्ना क अंतर समझना चाहिदा है। जेकर तां समीक्षा दृष्टियां है फिर तां गुरचरण सिंह अर्शी दी बुक आ वो, जेकर समीक्षा प्रणालियां है फिर होएगा प्रिंसीपल संत सिंह सिखों दी किताब हैगी है। वो भी आलोचना नाल ही संबंध है रखती हैगी है। आदि ग्रंथ दा संपादक कौन है? हुण प्रथम हैगा जिहड़ा बाबा मोहन। बाबा मोहन आदि ग्रंथ दे संपादक नहीं हैं। जिहड़े बाबा मोहन ने, बाबा मोहन दा संबंध गुरु अमरदास जी नाल है। ये साहिबजादे ने गुरु अमरदास जी दे। उस तो बाद दे विच आ जांदे ने भाई गुरदास। भाई गुरदास जिहड़े हैगे ने ये गुरु अमरदास जी दे भतीजे ने। और गुरु ग्रंथ साहब महाराज की संपादना जिहड़ी हैगी है उन्हां दे जदों गुरु अर्जन देव जी महाराज ने कीती हैगी है 1604 ਦੇ ਵਿੱਚ। और उदों भाई गुरदास जी ਉਹਦੇ ਬਕਾਇਦਾ ਰਾਈਟਰ ਨੇ, ਉਹਦੇ ਲੇਖਕ ਰਹੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਹਿਲੇ ਲੇਖਕ ਹੋਣ ਦਾ ਮਾਣ ਜਿਹੜਾ ਹੈਗਾ ਭਾਈ ਗੁਰਦਾਸ ਨੂੰ ਜਾਂਦਾ ਹੈਗਾ। ਔਰ ਇਹਨਾਂ ਦੀਆਂ ਗੁਰਬਾਣੀ ਦੇ ਸਿਧਾਂਤਾਂ ਨੂੰ ਮੂਲ ਸਰਲ ਵਿਆਖਿਆਤਮਕ ਰੂਪ ਦੇ ਵਿੱਚ 39 ਵਾਰਾਂ ਮਿਲਦੀਆਂ ਹੈਗੀਆਂ ਨੇ। ਇਹਨਾਂ ਨੇ 39 ਵਾਰਾਂ ਦੀ ਰਚਨਾ ਕੀਤੀ ਹੈਗੀ ਹੈ। ਇਤਿਹਾਸਕ ਦ੍ਰਿਸ਼ਟੀਕੋਣ ਤੋਂ ਜਿਹੜੀ ਇਹਨਾਂ ਦੀ ਪਹਿਲੀ 10ਵੀਂ ਤੇ 11ਵੀਂ ਵਾਰ ਵਿਸ਼ੇਸ਼ ਮਹੱਤਵ ਰੱਖਦੀਆਂ ਹੈਗੀਆਂ ਨੇ ਭਾਈ ਗੁਰਦਾਸ ਦੀਆਂ। उस तो बाद दे विच आ जाते हैं गुरु अर्जन देव जी महाराज। गुरु अर्जन देव जी महाराज ने जिहड़ा हैगा वो आदि ग्रंथ की संपादना की है। गुरु गोबिंद सिंह ने जी ने नहीं की, ये नहीं आएगा साडा।
तो गुरु अर्जन देव जी महाराज ने आदि ग्रंथ ਦੀ ਜਿਹੜਾ ਹੈਗਾ ਉਹ ਸੰਪਾਦਨ ਕੀਤਾ ਹੈਗਾ, ਆਦਿ ਗ੍ਰੰਥ ਦਾ ਸੰਪਾਦਨ ਕੀਤਾ ਔਰ ਉਹਦੇ ਵਿੱਚ ਜਿਹੜੀ ਭਗਤਾਂ ਦੀ ਬਾਣੀ, ਭੱਟਾਂ ਦੀ ਬਾਣੀ, ਗੁਰੂ ਸਾਹਿਬਾਨ ਦੀ ਬਾਣੀ ਸਾਰੀ ਨੂੰ ਅਲੱਗ-ਅਲੱਗ ਜਿਹੜਾ ਹੈਗਾ ਉਹਨੂੰ ਲਿਖਿਆ ਹੈਗਾ ਔਰ ਉਹਨੂੰ ਵਿਕਰੋ ਲਿੱਤਰੀ ਬਾਣੀ ਨੂੰ ਇਕੱਠਿਆਂ ਕਰਕੇ ਇੱਕ ਸਮੁੱਚ ਦੇ ਰੂਪ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬੰਨਿਆ ਹੈਗਾ। ਇਸ ਕਰਕੇ ਸਾਡਾ ਆਨਸਰ ਜਿਹੜਾ ਹੈਗਾ ਇੱਥੇ ਉਹ ਈੜੀ ਆਏਗਾ। ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਦੀ ਜਿਹੜੀ ਹੈਗੀ ਉਹ ਸੰਪਾਦਨਾ ਕੀਤੀ ਹੈ। ਪਰ ਗੁਰੂ ਗ੍ਰੰਥ ਸਾਹਿਬ ਦੀ ਪੂਰਨ ਜਿਹੜੀ ਹੈਗੀ ਆ ਉਹ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪੂਰੀ ਕੀਤੀ ਜਾਂਦੀ ਹੈ। ਜਿਹੜੀ ਦਮਦਮਾ ਸਾਹਿਬ ਵਾਲੀ ਬੀੜ ਹੈਗੀ ਹੈ ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹੜੇ ਹੈਗੇ ਨੇ ਉਹ ਭਾਈ ਮਨੀ ਸਿੰਘ ਕੋਲੋਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਬਾਣੀ ਦਰਜ ਕਰਾਉਂਦੇ ਨੇ ਔਰ ਗੁਰੂ ਗ੍ਰੰਥ ਸਾਹਿਬ ਨੂੰ ਪੂਰਨ ਗੁਰੂ ਦੀ ਉਪਾਧੀ ਨਾਲ ਨਿਵਾਜਦੇ ਹੈਗੇ ਨੇ। तो ਇੱਥੇ ਸਾਡਾ ਆਨਸਰ ਬਣੇਗਾ ਜੀ, ਸਾਡਾ ਈੜੀ ਬਣੇਗਾ। ਗੁਰੂ ਅਰਜਨ ਦੇਵ ਜੀ ਨੇ ਸੰਪਾਦਨਾ ਕੀਤੀ ਹੈਗੀ ਹੈ। ਕਿਹੜਾ ਜੁੱਟ ਇੱਕੋ ਕਾਲਖੰਡ ਨਾਲ ਸੰਬੰਧਿਤ ਹੈ? ਹੁਣ ਕਿਹੜੇ ਬੰਦੇ ਜਿਹੜੇ ਹੈਗੇ ਨੇ ਉਹ ਇੱਕੋ ਕਾਲ ਨਾਲ ਸੰਬੰਧ ਰੱਖਦੇ ਹੈਗੇ ਨੇ? ਪਹਿਲਾ ਹੈਗਾ ਅਹਿਮਦ ਗੁੱਜਰ ਤੇ ਪੀਲੂ, ਇਹ ਦੋਨੇ ਇੱਕ ਕਾਲ ਦੇ ਨਹੀਂ ਹੈਗੇ ਨੇ ਬੰਦੇ। ਉਸ ਤੋਂ ਬਾਅਦ ਦੇ ਵਿੱਚ ਆ ਗਿਆ ਜੀ ਪੀਲੂ ਤੇ ਵਜੀਦ, ਇਹ ਵੀ ਇੱਕ ਕਾਲ ਦੇ ਨਹੀਂ ਹੈਗੇ ਨੇ। ਫਿਰ ਆ ਗਿਆ ਅਹਿਮਦ ਯਾਰ ਤੇ ਵਾਰਿਸ ਸ਼ਾਹ, ਇਹ ਵੀ ਬੰਦੇ ਇੱਕ ਕਾਲ ਦੇ ਨਹੀਂ ਹੈ। ਤਾਂ ਸਾਡਾ ਆਨਸਰ ਜਿਹੜਾ ਆਏਗਾ ਉਹ ਆਏਗਾ ਅਹਿਮਦ ਗੁੱਜਰ ਤੇ ਅਹਿਮਦ ਯਾਰ, ਇਹ ਦੋਨੇ ਬੰਦੇ ਇੱਕੋ ਕਾਲ ਨਾਲ ਸੰਬੰਧ ਰੱਖਦੇ ਹੈਗੇ ਨੇ। ਸੱਸੀ ਪੁੰਨੂ ਕਿੱਸਾ ਦਾ ਆਧਾਰ ਸਰੋਤ ਹੈ। ਸੱਸੀ ਪੁੰਨੂ ਦਾ ਜਿਹੜਾ ਕਿੱਸਾ ਹੈਗਾ ਉਹਦਾ ਆਧਾਰ ਸਰੋਤ ਕੀ ਹੈ? ਉਹ ਇਰਾਨੀ ਹੈ, ਇਸਲਾਮੀ ਹੈ, ਭਾਰਤੀ ਹੈ ਜਾਂ ਇਹਨਾਂ ਵਿੱਚੋਂ ਕੋਈ ਨਹੀਂ। तो ਸੱਸੀ ਪੁੰਨੂ ਕਿੱਸੇ ਦਾ ਜਿਹੜਾ ਆਧਾਰ ਹੈਗਾ ਉਹ ਇਸਲਾਮੀ ਹੈ। ਇਸਲਾਮੀ ਸੈਮਟਿਕ ਜਿਹੜੀ ਹੈਗੀ ਵਿਚਾਰਧਾਰਾ ਦੇ ਵਿੱਚ ਜਿਹੜਾ ਹੈਗਾ ਉਹ ਸੱਸੀ ਪੁੰਨੂ ਦਾ ਕਿੱਸਾ ਜਿਹੜਾ ਹੈਗਾ ਉਹ ਪ੍ਰਵਾਨ ਚੜ੍ਹਦਾ ਹੈਗਾ। ਇਰਾਨੀ ਦਾ ਰੰਗ ਜਿਹੜਾ ਹੈਗਾ ਉਹ ਇਸ ਕਿੱਸੇ ਦੇ ਵਿੱਚ ਨਹੀਂ ਮਿਲਦਾ ਔਰ ਨਾ ਹੀ ਭਾਰਤੀ ਕਿੱਸਿਆਂ ਦਾ ਜਿਹੜਾ ਰੰਗ ਹੈਗਾ ਉਹ ਸੱਸੀ ਪੁੰਨੂ ਚ ਮਿਲਦਾ ਹੈਗਾ। ਇਸ ਕਰਕੇ ਇਹਦਾ ਜਿਹੜਾ ਆਧਾਰ ਹੈ ਉਹ ਸੈਮਟਿਕ ਹੈ ਜਾਂ ਇਸਲਾਮੀ ਹੈਗਾ। ਬਲ ਹੋਆ ਬੰਧਨ ਛੁਟੈ ਦਾ ਸੰਬੰਧ ਹੈ, ਇਹ ਕਿਹੜੀ ਗੁਰੂ ਸਾਹਿਬਾਨ ਦੀ ਬਾਣੀ ਹੈ? ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਾਣੀ ਜਿਹੜੀ ਹੈਗੀ ਆ ਉਹ ਇਹ ਨਹੀਂ ਹੈ। ਇਸ ਕਰਕੇ ਇਹਦੇ ਇੱਥੇ ਆਨਸਰ ਇਹ ਨਹੀਂ ਆਏਗਾ। ਸ਼ਲੋਕ ਮਹੱਲਾ ਪਹਿਲੇ ਮਹੱਲੇ ਦੀ ਵੀ ਬਾਣੀ ਨਹੀਂ, ਗੁਰੂ ਨਾਨਕ ਸਾਹਿਬ ਦੀ ਵੀ ਬਾਣੀ ਨਹੀਂ, ਇਹਨਾਂ ਵਿੱਚੋਂ ਕੋਈ ਨਹੀਂ, ਇਹ ਵੀ ਨਹੀਂ ਹੈਗਾ। ਇਹ ਜਿਹੜੀ ਬਾਣੀ ਹੈਗੀ ਆ ਇਹ ਗੁਰੂ ਮਹਾਰਾਜ 9ਵੇਂ ਪਾਤਸ਼ਾਹ ਦੇ ਸ਼ਲੋਕ ਨੇ ਔਰ ਜਿਹੜੇ ਅਖੀਰਲੇ ਸ਼ਲੋਕ ਨੇ ਮਹਾਰਾਜ ਦੇ ਉਹਦੇ ਵਿੱਚ ਜਿਹੜਾ ਇਹ ਗੱਲ ਕੀਤੀ ਗਈ ਆ ਬਲ ਹੋਆ ਬੰਧਨ ਛੁਟੈ। ਤੋ ਉਹਦੇ ਵਿੱਚ ਕੀ ਹੈਗਾ ਕਿ ਭਾਰਤੀ ਇੱਕ ਜਿਹੜੀ ਮਿਥਿਕ ਪਰੰਪਰਾ ਹੈਗੀ ਉਹਦੇ ਵਿੱਚੋਂ ਗੁਰੂ ਸਾਹਿਬ ਨੇ ਇੱਥੇ ਦ੍ਰਿਸ਼ਟਾਂਤ ਪੇਸ਼ ਕੀਤਾ ਹੈਗਾ। ਇੱਕ ਹਾਥੀ, ਇੱਕ ਗੰਧਰਵ ਹੈ ਜੋ ਦੇਵਤਿਆਂ ਦੇ ਸਰਾਪ ਦੇ ਨਾਲ ਹਾਥੀ ਬਣ ਜਾਂਦਾ ਹੈ। ਤੋ ਤਲਾਬ ਦੇ ਵਿੱਚ ਇਸ਼ਨਾਨ ਕਰਦੇ ਕਰਦੇ ਇੱਕ ਜਿਹੜਾ ਹੈਗਾ ਵਰਾਹ ਹੈ, ਵਰਾਹ ਸੰਸਕ੍ਰਿਤ ਦੇ ਵਿੱਚ ਕਹਿੰਦੇ ਨੇ ਇੱਕ ਮਗਰਮੱਛ ਨੂੰ, ਇੱਕ ਵਰਾਹ ਹੈਗਾ ਔਰ ਵਰਾਹ ਜਿਹੜਾ ਹਾਥੀ ਦਾ ਜਿਹੜਾ ਪੈਰ ਫੜ ਲੈਂਦਾ ਔਰ ਹਾਥੀ ਵਿਚਾਰਾ ਜਿਹੜਾ ਵਿਆਕੁਲ ਹੋ ਕੇ ਪਰਮਾਤਮਾ ਦੇ ਹਾਜ਼ਰ ਹਜ਼ੂਰ ਜਿਹੜਾ ਹੈਗਾ ਅਰਦਾਸ ਕਰਦਾ ਹੈ। ਹੁਣ ਬਲ ਹੋਆ ਬੰਧਨ ਪਰੇ ਕਛੂ ਨਾ ਹੋਤ ਉਪਾਏ, ਗੁਰੂ ਸਾਹਿਬ ਕਹਿੰਦੇ ਨੇ ਕਿ ਹਾਥੀ 'ਚ ਬਲ ਬੜਾ ਹੈ, ਸਰੀਰ ਬੜਾ ਉਹਦਾ ਤਗੜਾ, ਬਲਵਾਨ ਬੜਾ ਹੈ, ਪਰ ਬੰਧਨ ਪੈ ਗਿਆ। ਤੰਦੂਏ ਨੇ ਜਿਹੜਾ ਹੈਗਾ ਉਸ ਵਰਾਹ ਨੇ ਉਹਦੇ ਪੈਰ ਨੂੰ ਪਕੜ ਲਿਆ, ਕੱਸ ਲਿਆ, ਗਰਸ ਲਿਆ। ਤੋ ਬਲ ਹੋਣ ਦੇ ਬਾਵਜੂਦ ਵੀ ਜਿਹੜਾ ਉਹਦਾ ਉਪਾਅ ਖਤਮ ਹੋ ਗਏ ਉੱਥੇ। तो फिर की करता है कि परमात्मा दे जो अरदास करता है तो भगवान श्री हरि विष्णु स्वर्ग लोक दे विचों जिहड़ा हैगा नंगे पैरां नाल दौड़दे ने और उस वराह दा जिहड़ा घात करके उस हाथी दी रखिया करदे ने। उस दृष्टांत नूं, उस गल नूं जिहड़ा हैगा उस मिथक कथा नूं गुरु तेग बहादुर जी महाराज ने अपने श्लोकां दे विच एक्सप्लेन कीता है, जिहड़ी इह उदाहरण पेश कीती गई हैगी है। इस करके साडा आंसर जिहड़ा हैगा ओह आड़ा आएगा जी, श्लोक महला 9वां। पंजाबी ਸਾਹਿਤ ਦੇ ਇਤਿਹਾਸ ਦਾ ਕਿਹੜਾ ਕਾਲਖੰਡ ਅਪਭ੍ਰੰਸ਼ ਪ੍ਰਧਾਨ ਹੈ? ਹੁਣ ਜੇ ਅਪਭ੍ਰੰਸ਼ਾਂ ਦਾ ਜਿਹਦੇ ਤੇ ਪ੍ਰਭਾਵ ਹੈਗਾ ਕਿਹੜਾ ਕਾਲਖੰਡ ਹੈਗਾ ਵਾ, ਕਿਹੜਾ ਸੰਬੰਧ ਬਣਦਾ ਹੈਗਾ, ਕਿਹੜੇ ਕਾਲ ਦੇ ਵਿੱਚ ਅਪਭ੍ਰੰਸ਼ਾਂ ਦਾ ਪ੍ਰਧਾਨਤਾ ਜ਼ਿਆਦਾ ਰਹੀ ਹੈ? ਹੁਣ ਜੇ ਅਸੀਂ ਗੱਲ ਕਰੀਏ ਗੁਰੂ ਨਾਨਕ ਕਾਲ ਦੇ ਵਿੱਚ ਅਪਭ੍ਰੰਸ਼ਾਂ ਸੀਗੀਆਂ ਤੇ ਨਹੀਂ ਹੈ। फिर उस तो बाद की गल करिए वारिस शाह की गल करिए, वारिस शाह के काल दे विच भी अपभ्रंश नहीं सी, वो भी पंजाबी सीगी। गुरु नानक साहब दे वेले भी संत भाषा जां संदूकड़ी पंजाबी सी, तो इत्थे भी नहीं है। महाराजा रणजीत सिंह काल दे विच फारसी ते पंजाबी हैगी है, इस करके भी नहीं। तो साडा आंसर आएगा जिहड़ा पूर्व नानक काल, जिहड़ा पूर्व नानक कालक हैगा वा वो नाथ जोगियां दा समा है, नाथ जोगियां दा समा।
जोगियां दा। और इन्हां दी बाणी दे उपर नाथ जोगियां दे कलाम दे उपर जिहड़ा हैगा वो अपभ्रंश दा प्रभाव सर्व जिहड़ा अधिक पाया जांदा हैगा। इस करके साडा आंसर जिहड़ा हैगा वो ऊड़ा इत्थे आएगा। किहड़ा नावल आंचलिक है? हुण आंचलिक की है? पहला तो सानू आंचलिक समझण दी जरूरत है। आंचलिक दा अर्थ हुंदा हैगा जिहड़ा किसे एक भू-भाग नाल संबंध रखदा होवे, किसे एक खेत्र दे नाल जिहड़ा संबंध होवे, जिहड़ा किसे एक योग्राफिकल एरिए दे नाल पार्टिकुलर एक योग्राफिकल एरिए दे नाल जिहदा संबंध होवे। तो इन्हां विचों असीं देखना हैगा किहड़े नावल किहदा संबंध हैगा। तफ्तीश दा भी नहीं है, मित्र सैन मीत दा नावल है। जदों सवेर होई इहदा भी नहीं, पैंडे दा भी नहीं, ये मड़ी दे दीवे दा है। मड़ी दे इहदे विच तुहानूं तिन्नां नावलां दी जिहड़ी भाषा हैगी ओह तुहानूं पंजाबी मिलूगी, टकसाली स्टैंडर्ड लैंगुएज। पर जदों तुसीं मड़ी दा दीवा पढ़ोगे इहदे विच तुहानूं मलवई उपभाषा दे शब्द मिलणगे। ओह शब्द ही नहीं, पूरी दी पूरी वार्तालाप ही मलवई दी मिलूगी इहदे विच। तो इस करके मलवई आंचलिकता दे नाल संबंध रखदा जिहड़ा नावल हैगा वा ओह मड़ी दा दीवा हैगा। जुगनू दीवा ते दरिया किस लेखक दा है? ये साडा आंसर इहदे विच हैगा ये डॉक्टर जगतार दा है। और इसे दे उपर ही डॉक्टर जगतार नूं जिहड़ा हैगा वो भारतीय साहित्य अकादमी पुरस्कार जिहड़ा सीगा प्राप्त होया सीगा इस रचना दे उपर। एक काव्य रचना हैगी है, साहित्य अकादमी पुरस्कार जिहड़ा सीगा इहदे ते इन्हां नूं मिलिया सीगा। ये डॉक्टर जगतार दी रचना है। साडा आंसर जिहड़ा हैगा ये ऊड़ा आएगा। प्रयोगवादी कावधारा नाल संबंधित कवि। हुण प्रयोगवादी कावधारा हैगी जिहड़ी ओहदे नाल संबंधित कवि किहड़ा है? हुण जिहड़ा प्रोफैसर मोहन सिंह हैगा, प्रोफैसर मोहन सिंह रोमांसवादी है, एक चीज याद रखनी है, ये रोमांसवादी ने। प्रोफैसर पूर्ण सिंह जिहड़े हैगे ने ये रोमांस प्लस रहस्यवादी ने। जसवंत सिंह नेकी रहस्यवादी ओबलीक अस्तित्ववादी ने। तो जिहड़ा प्रयोगवादी रह गया इहदे विचों फिर साडा आंसर किहड़ा रह गया कल्ला? ये आ गया जी ईडी। डॉक्टर जसबीर सिंह आलूवालिया जिहड़ा हैगा वो प्रयोगवादी लहर नाल संबंध रखदा हैगा। इस करके साडा आंसर जिहड़ा हैगा इत्थे ओह ईडी आएगा। ਸਾਹਿਤ ਸਮੀਖਿਆ है। ਸਾਹਿਤ ਸਮੀਖਿਆ ਕੀ ਹੁੰਦੀ ਹੈ? ਪਹਿਲੀ ਗੱਲ ਤੇ ਸਮੀਖਿਆ ਸ਼ਬਦ ਜਿਹੜਾ ਹੈਗਾ ਉਹ ਅੰਗਰੇਜ਼ੀ ਦੇ ਕ੍ਰਿਟੀਸਾਈਜ਼ ਦਾ ਪਰਿਆਇ ਹੈ, ਆਲੋਚਨਾ ਦਾ ਪਰਿਆਇ ਹੈਗਾ। ਪੰਜਾਬੀ ਚ ਆਲੋਚਨਾ ਹੈਗੀ ਹੈ ਜਾਂ ਸੰਸਕ੍ਰਿਤ ਦੀ ਸਮੀਖਿਆ ਹੈਗੀ ਹੈ, ਉਹ ਅੰਗਰੇਜ਼ੀ ਦੇ ਕ੍ਰਿਟੀਸਾਈਜ਼ ਦਾ ਪਰਿਆਇ ਹੈ। ਕ੍ਰਿਟਿਸਿਜ਼ਮ ਅੰਗਰੇਜ਼ੀ ਦਾ ਆਲੋਚਨਾ ਵਾਸਤੇ ਵਰਤਿਆ ਜਾਂਦਾ, ਪੰਜਾਬੀ ਚ ਉਹਦੇ ਵਾਸਤੇ ਆਲੋਚਨਾ ਜਾਂ ਸਮੀਖਿਆ ਪਦ ਦੀ ਵਰਤੋਂ ਹੁੰਦੀ ਹੈਗੀ ਹੈ। ਕਿਸੇ ਚੀਜ਼ ਨੂੰ ਤਰਕ ਦੀ ਕਸੌਟੀ ਦੇ ਉੱਪਰ ਪਰਖਣਾ, ਕਿਸੇ ਚੀਜ਼ ਨੂੰ ਦਾ ਤਾਰਕਿਕ ਅਧਿਐਨ ਕਰਨਾ, ਕਿਸੇ ਚੀਜ਼ ਦਾ ਜਿਹੜਾ ਪੂਰਾ ਉਹਦਾ ਵਿਸ਼ਲੇਸ਼ਣਾਤਮਕ ਅਧਿਐਨ ਕਰਨ ਨੂੰ ਜਿਹੜਾ ਹੈਗਾ ਸਮੀਖਿਆ ਆਖਿਆ ਜਾਂਦਾ ਹੈਗਾ। ਇੱਥੇ ਸਾਨੂੰ ਇਹ ਕਲੀਅਰ ਹੋ ਗਿਆ। ਦੂਜੀ ਗੱਲ ਕਿ ਸਮੀਖਿਆ ਹੁੰਦੀ ਕੀ, ਇਹਦਾ ਜਿਹੜਾ ਸੰਬੰਧ ਕਿਹਦੇ ਨਾਲ ਇਹਨਾਂ ਵਿੱਚੋਂ? ਥੀਮ ਵਿਸ਼ਲੇਸ਼ਣ ਨਾਲ ਇਹਦੇ ਨਾਲ ਨਹੀਂ ਹੈਗਾ, ਸ਼ਿਲਪ ਦੇ ਨਾਲ ਇਹਦੇ ਨਾਲ ਵੀ ਇਹਦਾ ਨਹੀਂ, ਸ਼ੈਲੀ ਨਾਲ ਇਹਦੇ ਨਾਲ ਵੀ ਨਹੀਂ। ਇਹਦਾ ਸੰਬੰਧ ਪਹਿਲਾਂ ਬਾਕੀ ਤੇ ਸਾਰੇ ਜਿਹੜੇ ਤਿੰਨੇ ਮੈਂ ਆਹ ਗੱਲਾਂ ਪੇਸ਼ ਕੀਤੀਆਂ ਹੈਗੀਆਂ ਨੇ ਇਹ ਤੇ ਤਿੰਨੇ ਉਪਕਾਰਕ ਨੇ। ਜਿਹੜਾ ਮੂਲ ਬੁਨਿਆਦ ਕੀ ਹੈਗਾ ਇਹ ਤੇ ਟਾਣੇ ਤੇ ਪੱਤਰੇ ਪੱਤਰੀਆਂ ਨੇ। ਜਿਹੜੀ ਮੂਲ ਬੁਨਿਆਦ ਕੀ ਆ ਉਹ ਹੈ ਲਿਟਰੇਚਰ। ਸਮੀਖਿਆ ਦਾ ਸੰਬੰਧ ਲਿਟਰੇਚਰ ਦੇ ਵਿਸ਼ਲੇਸ਼ਣ ਨਾਲ ਹੁੰਦਾ ਹੈਗਾ, ਇੱਕ ਸਾਹਿਤ ਦੇ ਅਧਿਐਨ ਨਾਲ ਹੁੰਦਾ ਹੈਗਾ, ਉਹਦੇ ਸਰਬੰਗੀ ਮੁਲਾਂਕਣ ਦੇ ਨਾਲ ਹੁੰਦਾ ਹੈਗਾ। ਇਸ ਕਰਕੇ ਸਾਡਾ ਆਨਸਰ ਜਿਹੜਾ ਹੈਗਾ ਉੱਥੇ ਊੜਾ ਆਏਗਾ। ਸਾਹਿਤ ਸਮੀਖਿਆ ਹੁੰਦੀ ਹੈ ਜਿਹੜੀ ਉਹ ਹੁੰਦੀ ਹੈ ਸਾਹਿਤ ਵਿਸ਼ਲੇਸ਼ਣ ਹੁੰਦੀ ਹੈਗੀ ਆ। ਮਨੋਵਿਗਿਆਨਕ ਅਧਿਐਨ ਪ੍ਰਣਾਲੀ ਨਾਲ ਸੰਬੰਧਿਤ ਹੈ। ਹੁਣ ਸਾਡੇ ਕੋਲ ਜਿਹੜੇ ਹੈਗੇ ਨੇ ਇੱਥੇ ਕਿਹੜੇ ਕਿਹੜੇ ਬੰਦੇ ਨੇ? ਹੁਣ ਆੜੇ ਦੀ ਗੱਲ ਕਰੀਏ, ਅਸੀਂ ਆੜੇ ਤੋਂ ਸ਼ੁਰੂ ਕਰ ਲੈਂਦੇ ਹੈਗੇ ਆ। डॉक्टर हरभजन सिंह सौजवादी ने, जसवंत सिंह नेकी रहस्यवादी ने, अस्तित्ववादी ने, और जसबीर सिंह आलूवालिया जिहड़ा हैगा ये प्रयोगवादी है। इस करके इस कैटागरी दे विच भी नहीं आउंदा। फिर आ गया पावलोव, ये जिहड़ा हैगा मनोविग्यानक है। उस तो बाद विच फ्रैड, ये भी मनोविग्यानक है। फिर आ गया टी.एस. इलियट, ये अस्तित्ववादी है, इस करके ये भी गलत है साडा आंसर। उस तो बाद आ गया मार्क्स, मार्क्स जिहड़ा हैगा ये भौतिकवादी है। एंगल्स टैरी जिहड़ा हैगा फ्रेडरिक एंगल्स, ये भी भौतिकवादी मार्क्सवादी है।
फिर आ गया याका लाका। याका लाका जिहड़ा हैगा फ्रैडवादी है या मनोविग्यानक है, इस करके ये दो बंदे इस कैटागरी दे नहीं हैगे, इस करके साडा आंसर ये भी नहीं आएगा। तो साडा आंसर जिहड़ा आएगा वो आएगा डॉक्टर सिगमंड फ्रैड, एडलर ते युंग। ये तिन्ने बंदे जिहड़े हैगे ने वो मनोविग्यानी ने, मनोविग्यानी हैगे ने। ये तिन्ने एक कैटागरी दे बंदे हैगे ने, इस करके साडा जिहड़ा आंसर हैगा वा वो ऊड़ा इत्थे आएगा। पंजाबी साहित्य का मुढ़ बजा, तो पंजाबी साहित्य का मुढ़ जे गल करिए भी कदों बजा है, 11वीं 12वीं सदी तो। हुण 11वीं 12वीं सदी जिहड़ी हैगी आ बाबा फरीद है, बाबा फरीद तो बाबा फरीद तो पहलां जिहड़ी पंजाबी मिल जाती है, आद हमान की गल करिए असीं जां नाथां जोगियां की गल करिए, तो इस करके बाबा फरीद तो ठीक है, बाबा फरीद दे वेले उन्होंने पक्कियां पैरीं जरूर किया पंजाबी नूं, पर मुढ़ नहीं बज्या हैगा। बाबा फरीद जिहड़े एक मील पत्थर जरूर हैगे ने पंजाबी भाषा दी, एक कह लो अपनी दे विच एक ओहदी इबारत दे विच एक पत्थर जरूर ने, स्टोन जरूर ने, पर वो उत्थों मुढ़ नहीं बजदा। ते उस तो बाद 12वीं 13वीं सदी तो जां 14वीं 15वीं सदी तो ते ये ते गल क्लीयर ही होगी, जो 11वीं तो नहीं बदलिया तो 12वीं 14वीं तो कित्थों बज जूगा। इस करके ये भी दोने नहीं आउणगे, ये तिन्ने नहीं आउणगे। तो पंजाबी का जिहड़ा मुढ़ हैगा वो 8वीं 9वीं सदी तो बज्या हैगा नाथां जोगियां तो, नाथां जोगियां तो 8वीं 9वीं सदी तो। नाथ जोगियां की बाणी है जिहदे च गोरखनाथ है, मछंद्रनाथ है, चरपटनाथ है, चुरंगीनाथ है, कत्थड़नाथ है। तो इन्हां बंदियां की बाणी तो जिहड़ा हैगा पंजाबी भाषा का मुढ़ बजदा हैगा। इस प्रकार पंजाबी साहित्य का जिहड़ा ओहदा फाउंड स्टोन हैगा, ओहदा थल्ले वाला मील पत्थर हैगा, वो 8वीं 9वीं सदी तो फाउंडेशन स्टोन उत्थों रखिया जाता है, और उत्थों पंजाबी भाषा जिहड़ी हैगी वो विकास करना शुरू करदी हैगी है। तो नैक्सट जिहड़ा है साडे कोल ਸਾਹਿਤ अध्ययन का मुख सरोकार है। किस नाल ਸਾਹਿਤ अध्ययन का संबंध काहदे नाल हैगा? ਸਾਹਿਤ अध्ययन का पहला प्राइमरी रिश्ता किहड़ी चीज दे नाल है? धार्मिकता दे नाल हैगा। धार्मिकता दे नाल ਸਾਹਿਤ अध्ययन का कोई लैण देण नहीं है, इस करके गलत है। समाजिकता दे नाल है, ये भी गलत है, समाज नाल कोई लैण देण नहीं। इतिहास दे नाल है, इतिहास वखरा विशा है, ਸਾਹਿਤ वखरा विशा है, इस करके इहदे नाल इहदा कोई लैण देण नहीं। तो संबंध हैगा जिहड़ा वो है ਸਾਹਿਤਕਤਾ ਦੇ ਨਾਲ, ਕਿਸੇ चीज़ ਦੇ ਜਿਹੜਾ हैगा लिटरेरी जो कोई वस्त हैगी आ ਉਹਦੇ अध्ययन ਕਰਨ ਦੇ ਨਾਲ, ਉਹਦਾ ਜਿਹੜਾ ਉਹਦਾ ਮੁਤਾਲਿਆ ਕਰਨ ਦੇ ਨਾਲ ਜਿਹੜਾ ਸੰਬੰਧ ਹੈਗਾ ਸਾਹਿਤ ਅਧਿਐਨ ਦਾ ਸਰੋਕਾਰ ਉਹਦੇ ਨਾਲ ਜੁੜਦਾ ਹੈ। तो इस करके ਸਾਡਾ ਆਨਸਰ ਜਿਹੜਾ ਹੈਗਾ ਉਹ ਇੱਥੇ ਆੜਾ ਆਏਗਾ ਜੀ। गुरु ग्रंथ साहब का संपादन होया, तो इत्थे साडे कोल जिहड़े हैगे ने ਉਹ ऑप्शनस हैगियां ने। ਇਹਦੇ ਵਿੱਚ ਜਿਹੜਾ ਹੈਗਾ 1598 ਦੇ ਵਿੱਚ ਨਹੀਂ ਹੋਇਆ, 1469 ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਜਨਮ ਹੁੰਦਾ ਹੈਗਾ, ਉਸ ਤੋਂ ਬਾਅਦ 1699 ਦੇ ਵਿੱਚ ਖਾਲਸਾ ਪੰਥ ਦੀ ਸਥਾਪਨਾ ਹੁੰਦੀ ਹੈ। तो साडा जिहड़ा आंसर हैगा वो आएगा जी 1604 ईस्वी दे विच गुरु अर्जन देव जी द्वारा संतोखसर विखे भाई गुरदास जी दे कोलों जिहड़ी हैगी गुरु साहब दी बीड़ दा जिहड़ा संपादन करवाया गया सी, जां उन्हां नूं लिखवाई गई सी, और जो संपूर्ण हुई सी 1604 दे विच। तो इस करके जिहड़ा 1604 दे विच गुरु अर्जन देव जी महाराज द्वारा गुरु ग्रंथ साहब महाराज दा जिहड़ा हैगा वो संपादन होया हैगा। इत्थे साडा करैक्ट आंसर जिहड़ा हैगा वो ऊड़ा आएगा। सिमरो सिमर सिमर सुख पावो दा करता है। तो जिहड़ी ये बाणी है सिमरो सिमर सिमर सुख पावो कल कलेश मन माहे मिटावो सिमरो जास बिसंबर एके नाम जपत अगनंत अनेके। तो ਇਹਦਾ संबंध ਜਿਹੜਾ ਹੈਗਾ ਇਹ ਸੁਖਮਣੀ ਸਾਹਿਬ ਨਾਲ ਹੈਗਾ। ਇਹ ਜਿਹੜੀਆਂ ਪੰਕਤੀਆਂ ਨੇ, ਇਹ ਜਿਹੜੇ ਸ਼ਬਦ ਨੇ, ਇਹ ਗੌੜੀ ਸੁਖਮਣੀ ਦੇ ਵਿੱਚੋਂ, ਗੌੜੀ ਸੁਖਮਣੀ ਮਹੱਲਾ ਪੰਜਵਾਂ ਦੇ ਵਿੱਚੋਂ ਲਏ ਗਏ ਨੇ, ਔਰ ਪਹਿਲੀ ਹੀ ਅਸ਼ਟਪਦੀ ਹੈਗੀ ਆ ਜਿਹੜੀ ਇਹ ਪ੍ਰਥਮ ਅਸ਼ਟਪਦੀ ਦੇ ਵਿੱਚੋਂ ਇਹਨਾਂ ਦਾ ਵਿਖਿਆਨ ਕੀਤਾ ਗਿਆ ਹੈ। ਔਰ ਇਹਦੇ ਜਿਹੜੇ ਕਰਤਾ ਹੈਗੇ ਨੇ ਉਹ ਹੈਗੇ ਨੇ ਗੁਰੂ अर्जन देव जी महाराज। गुरु अर्जन देव जी महाराज की यह बाणी हैगी है। केड़ा जुट इक्को काल नाल संबंधित है? वारिस ते अहमद यार, वजीद ते पीलू, वजीद ते वारिस, अहमद यार ते दमोदर। तो साडा जिहड़ा आंसर हैगा वो ऊड़ा हैगा। ये हैगा सैयद वारिस शाह ते अहमद यार। ये दोने बंदे इक्को काल खंड नाल संबंध रखते हैगे ने। दूजे बंदे अलग-अलग कालां दे विच होए ने, इन्हां दोवां दा संबंध इक्को काल खंड दे नाल हैगा। इस करके साडा आंसर जिहड़ा हैगा वो ऊड़ा इत्थे आएगा। गुरु ग्रंथ साहिब दा आरंभ किस राग नाल हुंदा है? तो
तो गुरु ग्रंथ साहिब का जिहड़ा आरंभ हैगा वो सिरी राग नाल हुंदा है। प्रथम जिहड़े 13 गुरु साहब के अंग हैगे ने, पहले 13 अंग वो किसी राग दे विच नहीं। पहले जपजी साहब राग रहत बाणी है, वो किसी राग दे विच नहीं। पहले 13 अंग किसी राग दे विच नहीं हैगे। और गुरु ग्रंथ साहब का जिहड़ा लास्ट राग हैगा वा अखीर वाला राग है वो जैजावंती है। पहला राग सिरी राग हैगा, आंसर साडा इत्थे अड़ आएगा। और जिहड़ा लास्ट वाला राग है, जिहड़ा लास्ट राग है वो है जैजावंती, जैजावंती। तो जो पहली बाणी भी जिहड़ी जपजी भी हैगी है, जिहड़ी राग रहत है गुरु ग्रंथ साहब दे विच, ते लास्ट बाणी जिहड़ी हैगी है वो है रागमाला, रागमाला। और ये भी राग रहत है। ये दोने बाणियां जिहड़ियां आद वाली बाणी भी ते अंत वाली बाणी भी, दोने बाणियां किसी विशेष राग दे विच बद्ध नहीं हैगियां ने। तो गुरु ग्रंथ साहब का आरंभ हैगा जिहड़ा वो सिरी राग नाल हुंदा हैगा। इत्ते चानण हुंदियां गुरबिन घोर अंधार किस वार विच है। तो ये पहली गल ते जिहड़ा हैगा ये जिहड़ा अपना श्लोक है ये गुरु अंगद देव जी महाराज का श्लोक हैगा। अंगद देव जी का श्लोक है, पूरा है कि कुंभे बद्धा जल रहे जल बिन कुंभ ना होए ज्ञान का सॉरी इत्ते चानण होंदियां गुरबिन घोर अंधार जैसो चंदा उग वह सूरज चढ़े हजार इत्ते चानण होंदियां गुरबिन घोर अंधार। तो ये जिहड़ा श्लोक हैगा वा ये गुरु नानक साहब द्वारा रचित आसा दी वार दे विच जिहड़ा अंकित मिलता हैगा सानू। गुरु नानक साहब की जो आसा दी वार है महाराज ने पंजवें पातशाह ने उहदे विच जिहड़ा हैगा अंकित यह कीता हैगा। और जिहड़ी आसा दी वार है जिहड़ी उहदी धुन है वो टुंडे इस राजे की धुनी के उपर गाई जाती है। जो आरंभ होंदा कि टुंडे इस राजे की धुनी गावणी, आसा दी वार दे विच ये श्लोक मिलता हैगा। तो ये गुरु अंगद देव जी महाराज का श्लोक हैगा। किहड़े नाटककार उत्ते इब्सन का प्रभाव पिया हैगा। तो जिहड़ा इब्सन का जिहड़ा थिएटर हैगा वो किहड़े नाटककार दे उत्ते ज़्यादा प्रभाव उहदा पैंदा हैगा। तो साडे कोल जिहड़े 4 ऑप्शन हैगे ने इत्थे रोशन लाल आहूजा, बलवंत गार्गी, सुरजीत सिंह सेठी ते जिहड़ा हैगा चरणदास सिद्धू। ते आंसर साडा इत्थे आएगा जी चरणदास सिद्धू दे उत्ते जिहड़ा इब्सन का प्रभाव वो सब तो ज़्यादा पैंदा पिया हैगा। ਸਾਹਿਤ ਦੀ प्रकृति की है। ਹੁਣ प्रकृति तो भाव इत्थे की हैगा ਸਾਹਿਤ ਦਾ नेचर ਜਾਂ ਉਹਦਾ ਸੁਭਾਅ ਕਿਹੋ ਜਿਹਾ ਹੈ। ਸੁਭਾਅ ਹੁਣ ਸਾਹਿਤ ਦਾ ਸੁਭਾਅ ਦੇਖਿਆ ਜਾਵੇ ਜੋ ਲਿਟਰੇਚਰ ਦਾ ਸੁਭਾਅ ਹੈਗਾ ਉਹ ਕਿਹੋ ਜਿਹਾ ਸਾਨੂੰ ਕਿਹੋ ਜਿਹਾ ਲੱਗਦਾ ਹੈ। तो विज्ञानक मूलक है कि विज्ञान के उपर आधारित हैगा ਸਾਹਿਤ ਦਾ जो ਸੁਭਾਅ हैगा ਉਹਦਾ प्रकृति है ਜਾਂ ਉਹਦਾ ਲੱਛਣ हैगा ਜਾਂ ਉਹਦਾ ਸਰੂਪ हैगा। जे विज्ञान मूलक है तो सोच के देखिए कि ਉਹਦੇ ਵਿੱਚ ਕਿਹੜੀ ਤਰਕ मूलक गल की जाती है। तर्क ਦਾ ਸਾਹਿਤ ਦੇ ਵਿੱਚ ਲੈਣ ਦੇਣ ਹੀ ਕੋਈ नहीं, क्योंकि विज्ञान तर्क ਤੇ आधारित है। विज्ञान लॉजिक की गल करता है पर लिटरेचर ਦੇ ਵਿੱਚ ਤੇ लॉजिक ਹੁੰਦਾ ही कोई नहीं, इस करके ਉਹਦਾ ਜਿਹੜਾ संबंध विज्ञान ਨਾਲ नहीं ਹੁੰਦਾ। उस तो बाद ਦੇ ਵਿੱਚ आ ਜਾਂਦਾ हैगा भाषा मूलक। भाषा मूलक लिटरेचर हुंदा ते भाषा की बुनियाद हैगी है। भाषा मूलक तो हुंदा हैगा पर वो उहदी प्रकृति नहीं हैगी, उहदा लक्षण नहीं हैगा। क्योंकि भाषा तो एक अंग है ना लिटरेचर का, भाषा तो बिना तो लिटरेचर संभव ही नहीं हैगा। भावें वो मौखिक भाषा होवे भावें वो लिखत भाषा होवे, इस करके ये तो उहदा एक अंग है, उहदा लक्षण नहीं हैगा। इस करके ये भी इहदे विच नहीं आऊगा। उस तो बाद आ जाता प्रापेगंडा। हुण भाषा दे लिटरेचर दे विच कोई खास एक पार्टिकुलर प्रापेगंडा थोड़ी हुंदा है। जे प्रापेगंडा होगा तो उसका संबंध लिटरेचर नाल नहीं हैगा। वो किसी के उपर कोई खास तनज नहीं हुंदी, उहदे किसी नूं एक मोहरा बना के जां किसी एक खास विषा वस्तु के उपर जिहड़ा जां किसी खास पुरख जां व्यक्ति विशेष के उपर जिहड़ा हैगा कोई तबसरा नहीं उहदे विच हुंदा, कोई तज़करा नहीं उहदे विच हुंदा किसी दा। इस करके जिहड़ा हैगा वो प्रापेगंडा मूलक भी नहीं हैगा। तो इहदा लक्षण की हैगा सौज मूलक। ਇਹਦਾ ਸੁਭਾਅ ਕਿਹੜਾ ਹੈ ਕਿ ਇਹਨੇ ਸੌਝ ਦੇਣਾ ਹੁੰਦਾ, ਇਹਨੇ ਸਵਾਦ ਦੇਣਾ ਹੁੰਦਾ ਹੈ, ਇਹਨੇ ਅਸਵਾਦਨ ਕਰਵਾਉਣਾ ਹੁੰਦਾ ਹੈ, ਇਹਨੇ ਇੱਕ ਆਨੰਦ ਦੀ ਅਨੁਭੂਤੀ ਕਰਾਉਣੀ ਹੁੰਦੀ ਹੈ ਆਪਣੇ ਜਿਹੜਾ ਸੁਹਿਰਦ ਪਾਠਕ ਹੁੰਦਾ ਉਹਨੂੰ। तो ਸਾਹਿਤ ਦਾ ਜਿਹੜੇ ਪ੍ਰਕਿਰਤੀ ਹੈ ਉਹ ਇੱਕ ਸੌਝ ਮੂਲਕ ਹੁੰਦੀ ਹੈਗੀ ਹੈ। रुख ते ऋषि की है। ਜਿਹੜੀ रुख ते ऋषि है ਉਹ ਕਵਿਤਾ ਹੈਗੀ ਹੈ। ਪਹਿਲੀ ਗੱਲ ਤੇ ਉਹ ਕਵਿਤਾ ਹੈ और ਉਹਦੇ ਲੇਖਕ ਨੇ ਡਾਕਟਰ ਹਰਭਜਨ ਸਿੰਘ। हरभजन सिंह ये उन्होंने कविता है डॉक्टर हरभजन सिंह की रुख ते ऋषि। एक बड़ी लंबी वृतांतक कविता हैगी है।
ये याद रखना है कि एक लंबी वृतांतक कविता हैगी है जिहड़ी डॉक्टर हरभजन सिंह द्वारा लिखी गई है और ये उपर ही इन्हों साहित्य अकादमी पुरस्कार जिहड़ा सीगा वो मिलिया सीगा दिल्ली वालों डॉक्टर हरभजन सिंह होरां नूं। तकिए दा पीर दा लेख है। तकिए दा पीर जिहड़ा हैगा वो नावल है और ओहदा जिहड़ा लेखक हैगा वो है अजीत कौर। ये अजीत कौर दा जिहड़ा नावल हैगा। ਇਹਦਾ आंसर ਜਿਹੜਾ ਆਏਗਾ ਸਾਡਾ ਸੱਸਾ ਆਏਗਾ। ਅਮਰਤਾ ਪ੍ਰੀਤਮ भी नहीं हैगी, ਟਿਵਾਣਾ भी नहीं और ਬਚਿੰਤ ਕੌਰ भी नहीं है। ਇਹਨਾਂ ਦੇ ਕਰਮਵਾਰ ਪਿੰਜਰ ਡਾਕਟਰ ਦੇਵ ਇਹ ਹਮਾਰਾ ਜੀਵਨਾ तो ਬਚਿੰਤ ਕੌਰ ਦਾ ਪੱਗ ਡੰਡੀਆਂ ਆਦ ਨਾਵਲ ਹੈਗੇ ਨੇ ਇਹਨਾਂ ਦੇ ਪਰ ਅਜੀਤ ਕੌਰ ਦਾ ਜਿਹੜਾ ਨਾਵਲ ਹੈਗਾ ਉਹ ਤਕੀਏ ਦਾ ਪੀਰ ਹੈਗਾ। ਇਹਦਾ ਬੜਾ ਚਰਚਿਤ ਨਾਵਲ ਹੈ। ਕਿੱਸਾ ਹੀਰ ਰਾਂਝਾ ਮੁਕਬਲ ਪਾਠ ਅਤੇ ਆਲੋਚਨਾ ਦਾ ਸੰਪਾਦਕ ਹੈ। तो ਇਹ ਜਿਹੜਾ ਆਏਗਾ ਸਾਡਾ ਇੱਥੇ ਆਨਸਰ ਹੈਗਾ ਉਹ ਈਡੀ ਆਏਗਾ। ਬਿਕਰਮ ਸਿੰਘ ਘੁੰਮਣ ਦੀ ਇਹ ਰਚਨਾ ਹੈਗੀ ਹੈ ਕਿੱਸਾ ਹੀਰ ਤੇ ਰਾਂਝਾ ਮੁਕਬਲ ਪਾਠ ਤੇ ਆਲੋਚਨਾ। ਆਪਣੇ ਦਾ ਵਾਰਿਸ ਸ਼ਾਹ ਫਾਊਂਡੇਸ਼ਨ ਨੇ ਇਸ ਨੂੰ ਕਿਤਾਬ ਨੂੰ ਛਾਪਿਆ ਹੈਗਾ। ਸਾਹਿਤ ਸਮੀਖਿਆ है। ਸਾਹਿਤ ਸਮੀਖਿਆ ਕੀ ਚੀਜ਼ ਹੈ? ਸਾਹਿਤ ਪਾਠ है, ਸਾਹਿਤ ਵਿਗਿਆਨ है, ਸਾਹਿਤ ਵਿਸ਼ਲੇਸ਼ਣ है ਜਾਂ ਸਾਹਿਤ ਦਾ ਇਤਿਹਾਸ ਹੈ। ਮੈਂ ਸਮੀਖਿਆ ਪਹਿਲੇ ਹੀ ਵਿਖਿਆਨਾਂ ਦੇ ਵਿੱਚ ਵੀ ਕਲੀਅਰ ਕਰ ਚੁੱਕਿਆ ਹਾਂ ਕਿ ਸਮੀਖਿਆ ਦਾ ਸੰਬੰਧ ਹੁੰਦਾ ਹੈ ਕਿਸੇ ਚੀਜ਼ ਦਾ ਤਰਕ ਦੀ ਕਸੌਟੀ ਦੇ ਉੱਪਰ ਵਿਸ਼ਲੇਸ਼ਣ ਕਰਨਾ, ਕਿਸੇ ਚੀਜ਼ ਦਾ ਲੌਜਿਕ ਦੇ ਨਾਲ ਤਰਕ ਦੇ ਨਾਲ ਉਹਦਾ ਅਧਿਐਨ ਕਰਨਾ, ਉਹਦੀ ਚੀਰ ਫਾੜ ਕਰਨਾ। तो ਸਾਹਿਤ ਪਾਠ ਤੇ ਸਿੰਪਲ ਹੋ ਗਿਆ, ਇਹ ਨਹੀਂ ਆਏਗਾ। ਸਾਹਿਤ ਵਿਗਿਆਨ ਵੀ ਨਹੀਂ ਆਏਗਾ, ਸਾਹਿਤ ਇਤਿਹਾਸ ਨਹੀਂ ਆਏਗਾ। ਇਹ ਹੁੰਦਾ ਸਾਹਿਤ ਦਾ ਵਿਸ਼ਲੇਸ਼ਣ ਕਰਨਾ, ਇਸ ਲਿਟਰੇਚਰ ਦਾ ਸਾਹਿਤ ਦਾ ਤਰਕ ਦੇ ਨਾਲ ਵਿਸ਼ਲੇਸ਼ਣ ਕਰਨਾ, ਉਹਦਾ ਅਧਿਐਨ ਕਰਨਾ, ਉਹਦੀ ਕ੍ਰਿਟਿਸਾਈਜ਼ ਕਰਨਾ, ਉਹਦੇ ਵਿੱਚੋਂ ਖੂਬੀਆਂ ਨੂੰ ਲੱਭਣਾ ਤੇ ਉਹਦੇ ਵਿੱਚ ਜਿਹੜੀਆਂ ਕਮੀਆਂ ਨੇ ਉਹਨਾਂ ਨੂੰ ਪਕੜ ਕੇ ਪੇਸ਼ ਕਰਨਾ, ਉਹ ਜਿਹੜਾ ਹੈਗਾ ਸਾਹਿਤ ਵਿਸ਼ਲੇਸ਼ਣ ਹੁੰਦਾ ਹੈ। ਇਸ ਕਰਕੇ ਸਾਹਿਤ ਸਮੀਖਿਆ ਨੂੰ ਅਸੀਂ ਸਾਹਿਤ ਵਿਸ਼ਲੇਸ਼ਣ ਕਹਾਂਗੇ। ਐਬਸਰਡ ਦਾ ਸੰਬੰਧ ਕਿਹੜੇ ਸਾਹਿਤ ਰੂਪ ਨਾਲ ਹੈ? तो एबसर्ड ਦਾ ਜਿਹੜਾ ਸੰਬੰਧ ਹੈ ਉਹ ਨਾਟਕ ਨਾਲ ਹੈ। ਐਬਸਰਡ ਦਾ ਅਰਥ ਹੁੰਦਾ ਊਲ ਜਲੂਲ। ਐਬਸਰਡ ਦਾ ਸ਼ਬਦਿਕ ਅਰਥ ਹੁੰਦਾ ਊਲ ਜਲੂਲ, ਊਲ ਜਲੂਲ। ਔਰ ਪੰਜਾਬੀ ਵਿੱਚ ਜਿਹੜੇ ਐਬਸਰਡਵਾਦੀ ਨਾਟਕ ਨੇ ਉਹਨਾਂ ਦਾ ਜਿਹੜਾ ਵਕਤਾ ਹੈਗਾ, ਨਾਟਕਾਂ ਦਾ ਵਕਤਾ ਉਹ ਸੁਰਜੀਤ ਸਿੰਘ ਸੇਠੀ ਹੈ। ਸੁਰਜੀਤ ਸਿੰਘ ਸੇਠੀ ਪੰਜਾਬੀ ਵਿੱਚ ਐਬਸਰਡਵਾਦੀ ਨਾਟਕਾਂ ਦਾ ਜਿਹੜਾ ਕਰਤਾ ਹੈਗਾ ਜਾਂ ਵਕਤਾ ਹੈ ਉਹ ਸੁਰਜੀਤ ਸਿੰਘ ਸੇਠੀ ਹੈ। ਔਰ ਇਹਦਾ ਮਸ਼ਹੂਰ ਨਾਟਕ ਹੈ ਕਿੰਗ ਮਿਰਜ਼ਾ ਤੇ ਸਪੇਰਾ। ਇਹ ਇੱਕ ਐਬਸਰਡਵਾਦੀ ਨਾਟਕ ਹੈ, ਕਿੰਗ ਮਿਰਜ਼ਾ ਤੇ ਸਪੇਰਾ। ਖੰਡ ਕਾਵ ਭੇਦ ਹੈ। तो खंड काव भेद है दृश काव ਦਾ, ਪ੍ਰਬੰਧ ਕਾਵ ਦਾ, ਮੁਕਤ ਕਾਵ ਦਾ ਜਾਂ ਪ੍ਰਗੀਤ ਦਾ। तो खंड काव ਜਿਹੜਾ ਭੇਦ ਹੁੰਦਾ ਉਹ ਮੁਕਤ ਕਾਵ ਦਾ ਹੁੰਦਾ ਹੈਗਾ। ਮੁਕਤ ਕਾਵ ਦਾ ਭੇਦ ਹੁੰਦਾ ਹੈ ਖੰਡ ਕਾਵ। ਕਿਹੜੀਆਂ ਰਚਨਾਵਾਂ ਇੱਕ ਕਾਲ ਖੰਡ ਨਾਲ ਸੰਬੰਧਿਤ ਹਨ? ਚੱਠਿਆਂ ਦੀ ਵਾਰ ਜਾਂ ਚੰਡੀ ਦੀ ਵਾਰ। तो ਚੱਠਿਆਂ ਦੀ ਵਾਰ ਤੇ ਬਾਅਦ ਚ ਲਿਖੀ ਗਈ ਹੈ, ਚੰਡੀ ਦੀ ਵਾਰ ਦਾ ਸਮਾਂ ਪਹਿਲਾਂ ਗੁਰੂ ਗੋਬਿੰਦ ਸਿੰਘ ਵੱਲੋਂ, ਇਹ ਗਲਤ ਹੈ। ਚੱਠਿਆਂ ਦੀ ਵਾਰ ਦਾ ਕਰਤਾ ਪੀਰ ਮੁਹੰਮਦ ਹੈ, ਪੀਰ ਮੁਹੰਮਦ ਹੈ, ਮੁਹੰਮਦ ਹੈਗਾ। ਇਹਦੇ ਕਰਤਾ ਗੁਰੂ ਸਾਹਿਬ ਨੇ, ਗੁਰੂ ਦਸਮ ਪਾਤਸ਼ਾਹ ਨੇ। ਉਸ ਤੋਂ ਬਾਅਦ ਸੈਫੁਲ ਮਲੂਕ, ਮੁਹੰਮਦ ਬਖਸ਼ ਤੇ ਕਾਫੀਆਂ ਬੁੱਲੇ ਸ਼ਾਹ, ਜੰਗਨਾਮਾ ਸ਼ਾਹ ਮੁਹੰਮਦ ਦੇ ਸ਼ਲੋਕ ਵਜੀਦ, ਮਿਰਜ਼ਾ ਪੀਲੂ ਤੇ ਹੀਰ ਦਮੋਦਰ। ਹੁਣ ਸੈਫੁਲ ਮਲੂਕ ਤੇ ਕਾਫੀਆਂ ਬੁੱਲੇ ਸ਼ਾਹ ਇਹ ਵੀ ਇੱਕ ਦੂਜੇ ਦੇ ਸਮਕਾਲੀ ਨਹੀਂ ਹੈਗੇ। ਜੰਗਨਾਮਾ ਸ਼ਾਹ ਵਜੀਦ ਵੀ ਸਮਕਾਲੀ ਨਹੀਂ ਹੈਗਾ ਸ਼ਾਹ ਮੁਹੰਮਦ ਦਾ। ਇਸ ਕਰਕੇ ਮਿਰਜ਼ਾ ਪੀਲੂ ਤੇ ਹੀਰ ਦਮੋਦਰ ਜਿਹੜੇ ਹੈਗੇ ਨੇ ਇਹ ਇੱਕ ਦੂਜੇ ਦੇ ਸਮਕਾਲੀ ਹੈਗੇ ਨੇ। ਇਹ ਸਾਡਾ ਆਨਸਰ ਜਿਹੜਾ ਆਏਗਾ ਇੱਥੇ ਈਡੀ ਆਨਸਰ ਆਏਗਾ। ਕਿਸ ਕਾਲ ਦੇ ਪੰਜਾਬੀ ਸਾਹਿਤ ਉੱਤੇ ਅਪਭ੍ਰੰਸ਼ ਦਾ ਵਧੇਰੇ ਪ੍ਰਭਾਵ ਹੈ? ਤੋ ਜ਼ਿਆਦਾ ਅਪਭ੍ਰੰਸ਼ ਕਿਹੜੇ ਕਾਲ ਦੇ ਵਿੱਚ ਮਿਲਦੀ ਹੈਗੀ ਆ? ਹੁਣ ਗੁਰੂ ਨਾਨਕ ਕਾਲ ਚ, ਮੁਗਲ ਕਾਲ ਚ ਜਾਂ ਰਣਜੀਤ ਸਿੰਘ ਕਾਲ ਜਾਂ ਆਦਿ ਕਾਲ ਦੇ ਵਿੱਚ। ਇਹਨਾਂ ਤਿੰਨਾਂ ਕਾਲਾਂ, ਗੁਰੂ ਨਾਨਕ ਕਾਲ ਦੇ ਵਿੱਚ, ਕਾਲ ਦੇ ਵਿੱਚ, ਗੁਰੂ ਨਾਨਕ ਦੇ ਟਾਈਮ ਦੇ ਵਿੱਚ ਤੇ ਅਪਭ੍ਰੰਸ਼ ਮਿਲਦੀ ਨਹੀਂ। ਤੇ ਜ਼ਾਹਿਰ ਜੀ ਗੱਲ ਹੈ ਕਿ ਜਦੋਂ ਗੁਰੂ ਨਾਨਕ ਦੇ ਕਾਲ ਦੇ ਵਿੱਚ ਨਹੀਂ ਮਿਲਦੀ ਤੇ ਇਹਨਾਂ ਦੇ ਵਿੱਚ ਵੀ ਫਿਰ ਕਾਹਦੀ ਮਿਲਣੀ ਹੈ? ਤਾਂ ਮਗਰ ਦੀਆਂ ਗੱਲਾਂ ਨੇ। ਤਾਂ ਸਭ ਤੋਂ ਜ਼ਿਆਦਾ ਪ੍ਰਭਾਵ ਹੈ ਉਹ ਆਦਿ ਕਾਲ ਦੇ ਵਿੱਚ। ਆਦਿ ਕਾਲ ਦਾ ਸੰਬੰਧ ਹੈਗਾ ਨਾਥਾਂ ਜੋਗੀਆਂ ਦੇ ਨਾਲ। ਮੈਂ ਪਹਿਲਾਂ ਵੀ 2 ਕੁਐਸਚਨਾਂ ਦੇ ਵਿੱਚ ਐਕਸਪਲੇਨ ਕਰ ਚੁੱਕਿਆ ਹਾਂ ਕਿ ਆਦਿ ਕਾਲ ਦੇ ਵਿੱਚ ਪੰਜਾਬੀ ਜਿਹੜੀ ਅਪਭ੍ਰੰਸ਼ ਰੂਪ ਜਿਹੜਾ ਹੈਗਾ ਉਹ ਜ਼ਿਆਦਾ ਮਿਲਦਾ ਹੈਗਾ, ਪ੍ਰਾਪਤ ਜ਼ਿਆਦਾ ਹੁੰਦਾ ਹੈਗਾ। ਆਦਿ ਗ੍ਰੰਥ ਦੀ ਕਿਹੜੀ ਬਾਣੀ ਰਾਗਾਂ ਤੋਂ ਬਾਹਰ ਹੈ? ਤੋਂ ਆਦਿ ਗ੍ਰੰਥ ਦੀ ਜਿਹੜੀ ਬਾਣੀ ਹੈਗੀ ਆ ਉਹ ਹੈ ਜਪਜੀ ਸਾਹਿਬ।
तो जपजी साहब किसी राग दे विच जिहड़ा हैगा ਉਹ नहीं हैगे। ये गुरु नानक साहब की बाणी है और ਇਹਦੀਆਂ 38 पौड़ियां ने और ਇਹਦੇ ਵਿੱਚ ਜਿਹੜੀ हैगी है मूल तत्त सार है गुरु ग्रंथ साहब महाराज का। दार्शनिक पक्ष तो देखा जाए तो बड़ी ब्रह्म की अनुभूति कराने वाली ये बाणी है। तो ये बाणी जिहड़ी हैगी है वेदांत का उपनिषदां का निचोड़ भी आखी जा सकती हैगी है मूल रूप दे विच। तो ये बाणी जिहड़ी हैगी आ ਉਹ जपजी साहब मूल रूप च ये किसी राग दे विच नहीं रखी गई। सिख राज की विथ्या पुस्तक का समा है 18वीं सदी का दूजा अध, 19वीं सदी का पहला अध, 19वीं सदी का दूजा अध ते 20वीं सदी का पहला अध। ये है 19वीं सदी का पहला अध और ये जिहड़ा हैगा है इसका करता हैगा है शरदा राम फिलौरी। कई इहनूं 18वीं सदी का दूजा अध भी कहते हैं पर असलीयत यह है कि 19वीं सदी के पहले अध की रचना है। शरदा राम फिलौरी की किताब हैगी है सिख राज की विथ्या फिलौरी। ਇਹਦੇ ਵਿੱਚ गुरु महाराजा रणजीत सिंह ਦਾ ਜਿਹੜਾ ਪਤਨ ਹੁੰਦਾ ਹੈਗਾ ਸਿੱਖ ਰਾਜ ਦੇ ਪਤਨ ਦੀ ਕਹਾਣੀ ਨੂੰ ਜਿਹੜਾ ਹੈਗਾ ਇਹਦੇ ਵਿੱਚ ਬਿਆਨ ਕੀਤਾ ਗਿਆ ਇਸ ਕਿਤਾਬ ਦੇ ਵਿੱਚ। ਸ਼ਲੋਕ ਕੀ ਹੈ? ਸ਼ਲੋਕ ਸ਼ੈਲੀ ਹੈ, ਛੰਦ ਹੈ, ਅਲੰਕਾਰ ਹੈ ਜਾਂ ਕਾਵ ਰੂਪ ਹੈ। ਮੂਲ ਰੂਪ ਦੇ ਵਿੱਚ ਸ਼ਲੋਕ ਕਾਵ ਰੂਪ ਹੁੰਦਾ ਹੈਗਾ। ਇਹ ਇੱਕ ਕਾਵ ਰੂਪ ਹੁੰਦਾ ਹੈ, ਨਾ ਤੇ ਸ਼ੈਲੀ ਹੁੰਦੀ ਹੈ, ਨਾ ਛੰਦ ਹੁੰਦਾ ਹੈ ਤੇ ਨਾ ਹੀ ਇਹ ਅਲੰਕਾਰ ਹੁੰਦਾ। ਇਹ ਇੱਕ ਕਾਵ ਰੂਪ ਹੁੰਦਾ ਹੈਗਾ। ਮਿਰਜ਼ਾ ਸਾਹਿਬਾਂ किस्से ਦਾ ਸੰਬੰਧ ਕਿਹੜੇ ਸੱਭਿਆਚਾਰਕ ਪਿਛੋਕੜ ਨਾਲ ਹੈ? ਇਸਲਾਮੀ ਨਾਲ ਹੈ, ਭਾਰਤੀ ਨਾਲ ਹੈ, यूनानी ਨਾਲ ਹੈ ਜਾਂ ਇਬਰਾਨੀ ਨਾਲ ਹੈ? तो ਮਿਰਜ਼ਾ ਸਾਹਿਬਾਂ किस्से ਦਾ ਸੰਬੰਧ ਜਿਹੜਾ ਹੈਗਾ ਉਹ ਇਸਲਾਮੀ ਪਿਛੋਕੜ ਨਾਲ ਹੈਗਾ ਵਾ। ਇਹਦਾ ਜਿਹੜਾ ਸੈਮਟਿਕ ਜਿਹੜਾ ਹੈਗਾ ਬੈਕਗ੍ਰਾਉਂਡ ਜਿਹੜੀ ਹੈਗੀ ਹੈ किस्से ਦੇ ਵਿੱਚ ਸਾਨੂੰ ਝਲਕਦੀ ਦਿਖਾਈ ਦਿੰਦੀ ਹੈ। ਕਿਹੜਾ ਕਵੀ ਨਿਰਗੁਣ ਧਾਰਾ ਨਾਲ ਸੰਬੰਧਿਤ ਹੈ? ਹੁਣ ਇਹਦੇ ਵਿੱਚ ਜਿਹੜਾ ਹੈਗਾ ਵਾ ਮੂਲ ਰੂਪ ਦੇ ਵਿੱਚ ਦੋ ਕਵੀ ਜਿਹੜੇ ਹੈਗੇ ਨੇ ਨਿਰਗੁਣਵਾਦੀਏ ਨੇ। ਇੱਥੇ ਬੜੀ ਕਨਫਿਊਜ਼ਨ ਹੈ। ਭਗਤ ਕਬੀਰ ਜੀ ਵੀ ਨਿਰਗੁਣਵਾਦੀ ਨਹੀਂ ਹੈਗੇ। ਨਾ ਭਗਤ ਕਬੀਰ ਜੀ ਨਿਰਗੁਣ ਨੇ, ਸੌਰੀ ਸੰਬੰਧਿਤ ਨਹੀਂ ਹੈ ਲਿਖਣਾ ਸੀਗਾ ਇੱਥੇ। ਕਿਹੜਾ ਕਵੀ ਨਿਰਗੁਣ ਧਾਰਾ ਨਾਲ ਸੰਬੰਧਿਤ ਨਹੀਂ ਹੈ? ਦੇਖੋ ਵੀ ਬਾਬਾ ਫਰੀਦ ਵੀ ਨਿਰਗੁਣਵਾਦੀਏ ਨੇ, ਗੁਰੂ ਨਾਨਕ ਸਾਹਿਬ ਵੀ ਨਿਰਗੁਣ ਨੇ, ਪ੍ਰਮਾਤਮਾ ਦੇ ਸਰੂਪ ਨੂੰ ਤਸੱਵਰ ਕਰਦੇ ਨੇ ਤੇ ਭਗਤ ਕਬੀਰ ਜੀ ਵੀ ਨਿਰਗੁਣ ਨੇ। ਇਹ ਤਿੰਨ ਨਿਰਗੁਣ ਤੋਂ ਭਾਵ ਹੈ ਜਿਹੜੇ ਪ੍ਰਮਾਤਮਾ ਦੇ ਇੱਕ ਸਰੂਪ ਦੀ ਵਿਵੰਜਨਾ ਕਰਦੇ ਨੇ। ਇਹਨਾਂ ਵਿੱਚੋਂ ਭਗਤ ਕਬੀਰ ਜੀ, ਭਗਤ ਰਵਿਦਾਸ ਜੀ ਮਹਾਰਾਜ ਹੀ ਹੈਗੇ ਨੇ ਜਿਹੜੇ ਸਰਗੁਣ ਭਗਤੀ ਨੂੰ ਅਭਿਵੰਜਿਤ ਕਰਦੇ ਨੇ। ਇਸ ਕਰਕੇ ਜਿਹੜਾ ਇਹ ਨਾ ਇਹਦਾ ਕੁਐਸਚਨ ਬਣਨਾ ਚਾਹੀਦਾ ਸੀਗਾ ਉਹ ਇਹ ਬਣਨਾ ਸੀਗਾ ਕਿ ਕਿਹੜਾ ਕਵੀ ਨਿਰਗੁਣ ਧਾਰਾ ਨਾਲ ਸੰਬੰਧਿਤ ਨਹੀਂ ਹੈ। ਸੰਬੰਧਿਤ ਨਹੀਂ ਹੈ, ਨਹੀਂ ਹੈ ਆਉਣਾ ਸੀਗਾ। ਨਹੀਂ, ਇਹਦੇ ਵਿੱਚ ਸਾਡਾ ਆਨਸਰ ਭਗਤ ਰਵਿਦਾਸ ਆ। ਦੂਜੇ ਤਿੰਨੇ ਬੰਦੇ ਹੀ ਜਿਹੜੇ ਤਿੰਨੇ ਮਹਾਂਪੁਰਖੀ ਹੈਗੇ ਨੇ ਉਹ ਨਿਰਗੁਣਵਾਦੀਏ ਹੈਗੇ ਨੇ। ਸਾਰ ਦਾ ਸੰਕਲਪ ਕਿਸ ਵਾਦ ਨਾਲ ਸੰਬੰਧਿਤ ਹੈ? ਰਹੱਸਵਾਦ ਨਾਲ ਹੈ, रोमांसवाद नाल है, अस्तित्ववाद नाल है या सनातनवाद नाल है? तो सार दा संबंध हैगा जिहड़ा वो सनातनवाद नाल संबंध रखदा हैगा। ਸਾਹਿਤ अध्ययन आश्रित है, तो ਸਾਹਿਤ अध्ययन आश्रित ਦਾ ਭਾਵ ਕੀ ਹੈ ਕਿ ਉਹਦਾ ਆਸਰਾ ਕਿਹੜੀ ਚੀਜ਼ ਤੇ ਇਹਨਾਂ ਉੱਤੋਂ, ਕਿਹਦੇ ਆਸਰੇ ਦੇ ਨਾਲ ਸਾਹਿਤ ਅਧਿਐਨ ਆਪਣਾ ਕਾਰਜ ਕਰ ਸਕਦਾ ਹੈਗਾ। ਹੁਣ ਧਿਆਨ ਨਾਲ ਸੋਚ ਕੇ ਵੇਖੋ ਕਿ ਚਾਰ ਸਾਡੇ ਕੋਲੇ ਆਪਸ਼ਨਸ ਨੇ। दर्शन उत्ते है ਜਾਂ धर्म उत्ते है ਜਾਂ इतिहास उत्ते ਜਾਂ ਕਾਵਿ ਸ਼ਾਸਤਰ उत्ते। ਕਿਹੜੀ ਚੀਜ਼ ਸਾਹਿਤ ਦੇ ਅਧਿਐਨ ਦੇ ਮਾਡਲ ਤਲਾਸ਼ ਕਰਦੀ ਹੈ? ਕਿਹੜੀ ਚੀਜ਼ ਦੇ ਵਿੱਚ ਸਾਹਿਤ ਦੇ ਅਧਿਐਨ ਦੇ ਮਾਡਲਾਂ ਦੀ ਵਿਵੰਜਨਾ ਕੀਤੀ ਗਈ ਹੁੰਦੀ ਹੈ? तो ਜ਼ਾਹਿਰ ਜੀ ਗੱਲ ਹੈਗੀ ਹੈ ਕਿ ਪੋਇਟਿਕਸ ਦੇ ਵਿੱਚ ਹੀ ਮਾਡਲ ਤਲਾਸ਼ ਜੇ ਕੀਤੇ ਜਾਂਦੇ ਨੇ। ਇਸ ਕਰਕੇ ਸਾਡਾ ਆਨਸਰ ਜਿਹੜਾ ਹੈਗਾ ਇੱਥੇ ਸੱਸਾ ਆਏਗਾ ਕਾਵਿ ਸ਼ਾਸਤਰ ਵਿੱਚ ਜਾਂ ਪੋਇਟਿਕਸ ਦੇ ਵਿੱਚ। ਨਾਨਕ ਨਾਮ ਚੜ੍ਹਦੀ ਕਲਾ ਪੁਸਤਕ ਦਾ ਲੇਖਕ ਹੈ? हरनाम सिंह शान, करतार सिंह दुग्गल, हरनाम दास सहराई या फिर पांदी ननकाणवी। तो यदि जिहड़ा लेखक है वह है करतार सिंह दुग्गल हैगा इसका लेखक। ਸਾਹਿਤ ਇਤਿਹਾਸ ਕਿਸ ਉੱਤੇ ਆਸ਼ਰਿਤ ਹੁੰਦਾ ਹੈ? ਇਤਿਹਾਸਕ ਤੱਥਾਂ ਦੇ ਉੱਤੇ, ਸਾਹਿਤਕ ਤੱਥਾਂ ਤੇ, ਸਮਾਜਿਕ ਤੱਥਾਂ ਤੇ ਜਾਂ ਧਾਰਮਿਕ ਤੱਥਾਂ ਤੇ? ਤਾਂ ਸਾਹਿਤ ਦਾ ਇਤਿਹਾਸ ਮੂਲ ਰੂਪ ਦੇ ਵਿੱਚ ਸਾਹਿਤਕ ਤੱਥਾਂ ਦੇ ਉੱਪਰ ਜਿਹੜਾ ਆਧਾਰਿਤ ਹੁੰਦਾ, ਉਹਦੇ ਵਿੱਚ ਸਾਹਿਤਕ ਤੱਥਾਂ ਦੀ ਪ੍ਰੋੜਤਾ ਕੀਤੀ ਗਈ ਹੁੰਦੀ ਹੈ। ਇਤਿਹਾਸਕ, ਸਮਾਜਿਕ ਜਾਂ ਧਾਰਮਿਕ ਤੱਥਾਂ ਦਾ ਉਹਦੇ ਨਾਲ ਕੋਈ ਵੀ ਲੈਣ ਦੇਣ ਨਹੀਂ ਹੁੰਦਾ। ਇਸ ਕਰਕੇ ਸਾਡਾ ਆਨਸਰ ਜਿਹੜਾ ਹੈਗਾ ਉਹ ਆੜਾ ਆਏਗਾ। ਕਿਹੜਾ ਜੁੱਟ ਇੱਕੋ ਕਾਲਖੰਡ ਦੀ ਪ੍ਰਤੀਨਿਧਤਾ ਕਰਦਾ ਹੈ? ਵਜੀਦ ਤੇ ਬੁੱਲੇ ਸ਼ਾਹ, ਵਜੀਦ ਤੇ ਅਹਿਮਦ ਯਾਰ, ਅਹਿਮਦ ਗੁੱਜਰ ਤੇ ਪੀਲੂ ਜਾਂ ਫਿਰ ਸ਼ਾਹ ਮੁਹੰਮਦ ਤੇ ਮੁਕਬਲ। ਇਹਦੇ ਵਿੱਚੋਂ ਕਿਹੜਾ? ਇਹਦੇ ਵਿੱਚ ਹੈਗਾ ਆੜਾ। ਵਜੀਦ ਤੇ ਅਹਿਮਦ ਯਾਰ ਇੱਕੋ ਕਾਲਖੰਡ ਨਾਲ ਸੰਬੰਧਿਤ ਹੈਗੇ ਨਾ।
किस काल दे पंजाबी साहित्य उत्ते केंद्री भाषा का प्रभाव है? तो यह है वारिस शाह दे काल दी जिहड़ी हैगी है साहित्य के उपर केंद्री भाषा का जिहड़ा हैगा पंजाबी का प्रभाव सिरजा गया हैगा। सिखां दी भगतमाला किस रचना उपर आधारित है? तो सिखां दी जिहड़ी भगतमाला हैगी है वो मैं पहला भी दस चुकिया है कि भाई गुरदास दी पहली 10वीं ते 11वीं वार इतिहासक पक्ष तो बहुत महत्व रखदियां हैगियां ने, इस करके जिहड़ा हैगा वो भाई गुरदास दी 11वीं वार जिहड़ी हैगी है उहदे ते आधारित है। और जिहड़ी ये लिखी सीगी ये भाई मनी सिंह ने लिखी सी भाई गुरदास दी 11वीं वार नूं जिहड़ा आधार बना के। मुੱਲ दी तीवीं की है? तो मुੱਲ दी तीवीं एक नावल है, बीना वर्मा का है नावल, बीना वर्मा का नावल है मुੱਲ दी तीवीं। सिक्खी सौखी ते सिक्खी औखी पूर्ण सिंह का संपादक है, तो ਇਹਦਾ ਜਿਹੜਾ संपादक है वह है गुरमुख सिंह, डॉक्टर गुरमुख सिंह की किताब है सिक्खी सौखी ते सिक्खी औखी। सो इत्थे ही अपनी इस चर्चा के उपर असीं विराम लगाउने आ। सो मैनूं आस है कि इस साडे विख्यान तो साडे लैक्चर तो इस साडी जिहड़े तुहानूं सॉल्व करवाए ने क्वेश्चन उन्हां तो तुसीं जरूर लाहेवंद होवोगे, क्योंकि कोई भी चीज़ एक गल होर इत्थे मैं कहनी चाहुंदा इस काफ जरूर करना चाहुंदा है कि कई बार ये हुंदा हैगा कि कई किताबां दे विच अक्सर इस गल दा उलट सुलट हो जाती जी फलानी किताब दे विच ते फलाना आंसर सीगा फलाने च। तो कई बार देखो इंसान सरबत्तर ते नहीं हैगा, हरेक पक्ष तो पूरा ते नहीं हैगा, तो पूर्णता का मैं कोई दावा तो नहीं इत्थे करदा कि मैं पूर्ण ही करवाया हैगा, हो सकता कि कई बार कोई ऊच नीच हो जाती हैगी है। सो इस करके जिहड़ा हैगा एक बार इसका प्रतिष्ठित किताबां दे विच्चों, हालांकि साडा आधार ते प्रतिष्ठित किताबां ही हुंदा हैगा, तो कई बार ये हुंदा हैगा कि प्रॉब्लम आ जाती हैगी है कई किताबां दे विच ये संकल्प इकड़ दुगड़ पाए जाते हैगे ने, कई संकल्प इहो जिहे हैगे ने जिहड़े थोड़े जे कंट्रोवर्सी हुंदे हैगे ने। तो एक बार इहदा जरूर तुसीं अध्ययन करिया जो। सो तां अगली क्लास दे विच फिर तां मिलदे हैगे आ, तद तक लई धन्नवाद।